ਮੇਰਾ ਨਾਮ ਪ੍ਰਤਿਗਿਆ ਹੈ। ਮੈਂ ਪਿੰਡ ਦੀ ਹਾਂ। ਸਾਡੇ ਪਿੰਡ ਵਿੱਚ ਬੜਾ ਅਜੀਬ ਰਿਵਾਜ ਸੀ। ਵਿਆਹ ਦੇ 5 ਮਹੀਨੇ ਬਾਅਦ ਲੜਕੀ ਗਰਭਵਤੀ ਨਾ ਹੁੰਦੀ ਤਾਂ ਉਸ ਨੂੰ 5 ਦਿਨ ਤਾਂਤਰਿਕ ਬਾਬਾ ਦੇ ਕਮਰੇ 'ਚ ਰਹਿਣ ਲਈ ਭੇਜ ਦਿੱਤਾ ਜਾਂਦਾ ਸੀ। ਇਹ ਸੁਣ ਕੇ ਮੈਨੂੰ ਬੜਾ ਅਜੀਬ ਲੱਗਾ। ਮੇਰੀ ਭਰਜਾਈ ਨੂੰ ਵੀ ਤਾਂਤਰਿਕ ਬਾਬੇ ਦੇ ਕਮਰੇ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਇੱਕ ਦਿਨ ਜਦੋਂ ਮੈਂ ਆਪਣੀ ਭਾਬੀ ਨੂੰ ਇਹ ਰਾਜ ਪੁੱਛਿਆ ਤਾਂ ਉਸ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ। ਅਸਲ ਵਿੱਚ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਅਤੇ ਉਹ ਰੋਣ ਲੱਗ ਪਈ ਤੇ ਕਹਿਣ ਲੱਗੀ, ਤੂੰ ਅਜੇ ਛੋਟੀ ਹੈ, ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਨਾ ਦੇ। ਅਤੇ ਉਹ ਰੋਂਦੇ ਹੋਏ ਕਹਿਣ ਲੱਗੀ ਕਿ ਰੱਬ ਸਾਡੇ ਪਿੰਡ ਦੀਆਂ ਕੁੜੀਆਂ ਵਰਗਾ ਕਿਸੇ ਕੁੜੀ ਨੂੰ ਤਸੀਹੇ ਨਾ ਦੇਵੇ। ਮੇਰੀ ਭਰਜਾਈ ਕੀ ਕਹਿ ਰਹੀ ਸੀ, ਇਹ ਸੁਣਦੇ ਹੀ ਮੈਂ ਡਰ ਗਈ। ਪਰ ਜਦੋਂ 6 ਸਾਲ ਬਾਅਦ ਮੇਰਾ ਵਿਆਹ ਹੋਇਆ ਤਾਂ ਮੈਨੂੰ ਵੀ ਤਾਂਤਰਿਕ ਬਾਬੇ ਦੇ ਕਮਰੇ ਵਿੱਚ ਭੇਜ ਦਿੱਤਾ ਗਿਆ। ਪਰ ਜਦੋਂ ਮੈਨੂੰ ਪਤਾ ਲੱਗਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਨਾਮ ਪ੍ਰਤਿਗਿਆ ਹੈ, ਪਰ ਮੈਨੂੰ ਮੇਰੇ ਪਰਿਵਾਰ ਵਾਲੇ ਪਿਆਰ ਨਾਲ ਕੰਮੋ ਕਹਿੰਦੇ ਸੀ। ਮੈਨੂੰ ਕਦੇ ਕਿਸੇ ਨੇ ਪ੍ਰਤਿਗਿਆ ਨਾਲ ਨਹੀਂ ਬੁਲਾਇਆ। ਮੇਰੀ ਦਾਦੀ ਨੇ ਮੇਰਾ ਇਹ ਨਾਮ ਰੱਖਿਆ ਸੀ। ਮੇਰੀ ਦਾਦੀ ਮੈਨੂੰ ਪਿਆਰ ਨਾਲ ਕੰਮੋ ਕਹਿ ਕੇ ਬੁਲਾਉਂਦੀ ਸੀ। ਉਦੋਂ ਤੋਂ ਘਰ ਦੇ ਸਾਰੇ ਮੈਨੂੰ ਕੰਮੋ ਕਹਿਣ ਲੱਗ ਪਏ। ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਸੀ, ਇਸ ਲਈ ਮੇਰੇ ਪਰਿਵਾਰ ਵਿੱਚ ਹਰ ਕੋਈ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਤੋਂ ਇਲਾਵਾ ਮੇਰੇ 2 ਭਰਾ ਅਤੇ ਇੱਕ ਭੈਣ ਸੀ। ਮੇਰੇ ਪਿਤਾ ਜੀ ਦੀ ਆਪਣੀ ਲਾਂਡਰੀ ਦੀ ਦੁਕਾਨ ਸੀ। ਅਸੀਂ ਇੱਕ ਪਿੰਡ ਵਿੱਚ ਰਹਿੰਦੇ ਸੀ। ਫਿਰ ਵੀ ਉੱਥੇ ਬਹੁਤ ਸਾਰੇ ਲੋਕ ਸਨ ਜੋ ਧੋਬੀ ਤੋਂ ਆਪਣੇ ਕੱਪੜੇ ਧਵਾ ਲੈਂਦੇ ਸਨ ਅਤੇ ਮੇਰੇ ਪਿਤਾ ਜੀ ਇੱਕ ਧੋਬੀ ਸਨ। ਜਿਵੇਂ ਜਿਵੇਂ ਮੈਂ ਜਵਾਨ ਹੁੰਦੀ ਗਈ, ਮੈਨੂੰ ਇਹ ਵਿਚਾਰ ਆਇਆ ਕਿ ਸਾਡੇ ਪਿੰਡ ਵਿੱਚ ਕੁਝ ਰੀਤੀ ਰਿਵਾਜ ਬਹੁਤ ਅਜੀਬ ਹਨ, ਜਿਨ੍ਹਾਂ ਨੂੰ ਲੋਕ ਮੰਨਦੇ ਵੀ ਹਨ ਅਤੇ ਧਿਆਨ ਵੀ ਦਿੰਦੇ ਹਨ। ਸਾਡੇ ਪਿੰਡ ਵਿੱਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ, ਸਗੋਂ ਉਹਨਾਂ ਦੇ ਪੈਦਾ ਹੁੰਦੇ ਹੀ ਉਹਨਾਂ ਦਾ ਦਾਜ ਇਕੱਠਾ ਕਰਕੇ ਉਹਨਾਂ ਦੇ ਵਿਆਹ ਬਾਰੇ ਸੋਚ ਲਿਆ ਜਾਂਦਾ ਸੀ। ਜਿਵੇਂ ਹੀ ਲੜਕੀ ਜਵਾਨੀ ਦੀ ਦਹਿਲੀਜ਼ ਤੇ ਪਹੁੰਚਦੀ, ਉਸ ਦਾ ਵਿਆਹ ਕਰ ਦਿੱਤਾ ਜਾਂਦਾ ਅਤੇ ਵਿਆਹ ਵੀ ਉਸ ਦੇ ਆਪਣੇ ਪਿੰਡ 'ਚ ਕਰ ਦਿੱਤਾ ਜਾਂਦਾ। ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ ਸਾਡੇ ਪਿੰਡ ਤੋਂ ਬਾਹਰ ਕਿਸੇ ਕੁੜੀ ਦਾ ਵਿਆਹ ਹੋਇਆ ਹੋਵੇ। ਜੇਕਰ ਕੁੜੀ ਸਾਡੇ ਪਿੰਡ ਦੀ ਹੁੰਦੀ ਤਾਂ ਉਸ ਦਾ ਵਿਆਹ ਵੀ ਸਾਡੇ ਪਿੰਡ ਦੇ ਹੀ ਮੁੰਡੇ ਨਾਲ ਹੁੰਦਾ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ 12 ਸਾਲਾਂ ਦੀ ਸੀ ਤਾਂ ਪਿੰਡ ਵਿੱਚ ਹੰਗਾਮਾ ਹੋਇਆ ਸੀ। ਪਿੰਡ ਦੀ ਇੱਕ ਕੁੜੀ ਨੇ ਦੂਜੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਣ ਦੀ ਗੱਲ ਚੱਲ ਰਹੀ ਸੀ, ਪਰ ਉਸ ਕੁੜੀ ਦੇ ਪ੍ਰਸਤਾਵ ਨੂੰ ਕਿਸੇ ਨੇ ਨਹੀਂ ਮੰਨਿਆ। ਲੜਕਾ ਵੀ ਲੜਕੀ ਦੇ ਮਾਪਿਆਂ ਸਾਹਮਣੇ ਬੁਰੀ ਤਰ੍ਹਾਂ ਤਰਲੇ ਮਾਰ ਰਿਹਾ ਸੀ। ਉਸ ਨੇ ਆਪਣੇ ਮਾਤਾ ਪਿਤਾ ਨੂੰ ਵੀ ਰਿਸ਼ਤੇ ਦੇ ਖਿਆਲ ਨਾਲ ਸਾਡੇ ਪਿੰਡ ਭੇਜਿਆ ਸੀ ਅਤੇ ਲੜਕਾ ਕਹਿੰਦਾ ਸੀ ਕਿ ਉਹ ਉਸ ਨੂੰ ਪਿਆਰ ਕਰਦਾ ਹੈ, ਪਰ ਮੇਰਾ ਵਿਆਹ ਇਸ ਕੁੜੀ ਨਾਲ ਕਰੋ। ਪਰ ਪਿੰਡ ਦੇ ਸਰਪੰਚ ਨੇ ਹੱਥ ਖੜੇ ਕਰਕੇ ਨਾ ਕਰ ਦਿੱਤੀ। ਜੇਕਰ ਉੱਥੇ ਵਿਆਹ ਹੋਇਆ ਤਾਂ ਸਾਰਾ ਪਿੰਡ ਮੁਸੀਬਤ ਵਿੱਚ ਪੈ ਜਾਵੇਗਾ। ਬਹੁਤ ਸਮਝਾਉਣ ਤੇ ਵੀ ਮੁੰਡਾ ਸਮਝ ਨਹੀਂ ਰਿਹਾ ਸੀ। ਫਿਰ ਉਸ ਦੇ ਪਰਿਵਾਰ ਮੈਂਬਰਾਂ ਨੇ ਲੜਕੇ ਨੂੰ ਆਪਣੇ ਘਰ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਨੂੰ ਕੈਦ ਕਰ ਲਿਆ। ਉਹ ਲੜਕਾ ਕਾਫੀ ਸਮੇਂ ਤੋਂ ਘਰੋਂ ਬਾਹਰ ਨਹੀਂ ਆਇਆ ਸੀ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਲੜਕੇ ਨੇ ਆਪਣੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਲਿਆ ਸੀ। ਮੈਂ ਉਸ ਸਮੇਂ ਛੋਟੀ ਸੀ, ਇਸ ਲਈ ਮੈਨੂੰ ਇਹਨਾਂ ਗੱਲਾਂ ਦੀ ਇੰਨੀ ਡੂੰਘਾਈ ਨਾਲ ਪਤਾ ਨਹੀਂ ਸੀ ਅਤੇ ਨਾ ਹੀ ਮੈਂ ਆਪਣੇ ਪਿੰਡ ਦੇ ਰੀਤੀ ਰਿਵਾਜਾਂ ਤੋਂ ਜਾਣੂ ਸੀ। ਮੈਂ 4ਥੀ ਜਮਾਤ ਤੱਕ ਹੀ ਪੜ੍ਹੀ ਸੀ ਅਤੇ ਮੈਨੂੰ ਅੱਗੇ ਪੜ੍ਹਨ ਦਾ ਬਹੁਤ ਸ਼ੌਂਕ ਸੀ, ਪਰ ਮੇਰੇ ਪਿਤਾ ਜੀ ਨੇ ਇਨਕਾਰ ਕਰ ਦਿੱਤਾ। 4ਥੀ ਜਮਾਤ ਤੱਕ ਮੈਂ ਇੱਜ਼ਤ ਨਾਲ ਪੜ੍ਹੀ। ਮੇਰੇ ਪਰਿਵਾਰ ਵਾਲੇ ਮੇਰਾ ਸਕੂਲ ਵਿੱਚ ਦਾਖਲਾ ਕਰਵਾਉਣਾ ਨਹੀਂ ਚਾਹੁੰਦੇ ਸੀ। ਜੇ ਮੈਂ ਅੱਗੇ ਪੜ੍ਹਨ ਦੀ ਜਿੱਦ ਕਰਦੀ ਤਾਂ ਮੇਰੇ ਪਿਤਾ ਜੀ ਕਹਿੰਦੇ ਕਿ ਬਸ ਇੱਥੋਂ ਤੱਕ ਬਹੁਤ ਹੈ। ਸਾਰੇ ਪਿੰਡ ਵਿੱਚ ਇਹੀ ਸਭ ਚੱਲਦਾ ਹੈ। ਮੈਂ ਬਹੁਤ ਰੋਈ ਅਤੇ ਮੈਨੂੰ ਬਹੁਤ ਦੁੱਖ ਹੋਇਆ, ਪਰ ਮੇਰੇ ਪਿਤਾ ਜੀ ਨੂੰ ਕੋਈ ਅਸਰ ਨਹੀਂ ਹੋਇਆ। ਮੇਰੀ ਇੱਕ ਦੋਸਤ ਨੇ ਮੈਨੂੰ ਸਲਾਹ ਦਿੱਤੀ ਕਿ ਸਾਰੇ ਪਿੰਡ ਵਾਲੇ ਸਾਡੇ ਪਿੰਡ ਦੇ ਮਸ਼ਹੂਰ ਤਾਂਤਰਿਕ ਬਾਬਾ ਦਾ ਬਹੁਤ ਸਤਿਕਾਰ ਕਰਦੇ ਹਨ। ਤੁਸੀਂ ਤਾਂਤਰਿਕ ਬਾਬਾ ਕੋਲ ਜਾਓ। ਜੇ ਤੁਸੀਂ ਉਸ ਤੋਂ ਸਿਫਾਰਿਸ਼ ਕਰੋਗੇ ਤਾਂ ਤੁਹਾਡੇ ਪਿਤਾ ਜੀ ਜ਼ਰੂਰ ਮੰਨ ਜਾਣਗੇ। ਅਜੇ ਹੀ ਇੱਕ ਦਿਨ ਮੇਰੇ ਸਾਰੇ ਪਰਿਵਾਰ ਮੈਂਬਰ ਕਿਤੇ ਗਏ ਹੋਏ ਸਨ ਅਤੇ ਮੈਂ ਅੱਜ ਤੋਂ ਪਹਿਲਾਂ ਕਦੇ ਤਾਂਤਰਿਕ ਬਾਬਾ ਨੂੰ ਨਹੀਂ ਦੇਖਿਆ ਸੀ। ਮੈਨੂੰ ਬਸ ਇਹੀ ਪਤਾ ਸੀ ਕਿ ਉਹ ਸਾਰੇ ਪਿੰਡ ਅਤੇ ਪਿੰਡ ਦੇ ਲੋਕਾਂ ਤੇ ਆਪਣਾ ਰਾਜ ਚਲਾਉਂਦੇ ਹੈ ਅਤੇ ਹਰ ਕੋਈ ਉਸ ਦੀ ਗੱਲ ਮੰਨਦਾ ਹੈ। ਇਸ ਲਈ ਮੈਨੂੰ ਆਸ ਸੀ ਕਿ ਜੇ ਉਹ ਮੇਰੇ ਪਿਤਾ ਜੀ ਕੋਲ ਮੇਰੀ ਸਿਫਾਰਿਸ਼ ਕਰਨਗੇ ਤਾਂ ਮੈਨੂੰ ਅੱਗੇ ਪੜ੍ਹਨ ਦੀ ਇਜਾਜ਼ਤ ਮਿਲ ਜਾਵੇਗੀ। ਰਸਤੇ ਵਿੱਚ ਇੱਕ ਛੋਟਾ ਜਿਹਾ ਘਰ ਆਉਂਦਾ ਸੀ। ਜਿਵੇਂ ਹੀ ਮੈਂ ਉਸ ਘਰ ਕੋਲ ਦੀ ਲੰਘੀ, ਇੰਨੇ ਵਿੱਚ ਇੱਕ ਕੁੜੀ ਘਰ ਦੀ ਖਿੜਕੀ ਵਿੱਚੋਂ ਝਾਕ ਰਹੀ ਸੀ। ਉਸਨੇ ਮੈਨੂੰ ਖਿੜਕੀ ਤੋਂ ਬੁਲਾਇਆ ਅਤੇ ਆਪਣੇ ਘਰ ਅੰਦਰ ਬੁਲਾਇਆ। ਉਹ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਇੰਨੀ ਤੇਜ਼ ਧੁੱਪ ਵਿੱਚ ਕਿੱਥੇ ਜਾ ਰਹੇ ਹੋ। ਇਸ ਲਈ ਮੈਂ ਉਸ ਨੂੰ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਮੈਂ ਤਾਂਤਰਿਕ ਬਾਬਾ ਕੋਲ ਜਾ ਰਹੀ ਹਾਂ। ਕੁਝ ਦੇਰ ਸੋਚਣ ਤੋਂ ਬਾਅਦ ਉਸਨੇ ਮੈਨੂੰ ਕਿਹਾ ਕਿ ਤੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ, ਇਸ ਲਈ ਮੈਂ ਤੈਨੂੰ ਪੜ੍ਹਾਵਾਂਗੀ, ਪਰ ਕਿਸੇ ਨੂੰ
ਪਤਾ ਨਾ ਲੱਗੇ ਕਿ ਤੂੰ ਮੇਰੇ ਕੋਲ ਪੜ੍ਹਦੀ ਹੈ। ਉਸ ਤੋਂ ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ, ਕਿਉਂਕਿ ਮੈਨੂੰ ਪੜ੍ਹਾਉਣ ਲਈ ਅਧਿਆਪਕ ਮਿਲ ਗਈ। ਉਸ ਦਾ ਨਾਮ ਅਵੰਤਿਕਾ ਸੀ। ਜਦੋਂ ਮੇਰੇ ਪਰਿਵਾਰਕ ਮੈਂਬਰ ਦੁਪਹਿਰ ਨੂੰ ਸੌਂ ਜਾਂਦੇ, ਮੈਂ ਅਵੰਤਿਕਾ ਮੈਡਮ ਕੋਲ ਪੜ੍ਹਨ ਲਈ ਆਉਂਦੀ ਅਤੇ ਉਹੀ ਸੀ ਜਿਸ ਨੇ ਮੈਨੂੰ ਪੜ੍ਹਨ ਲਈ ਕਿਤਾਬਾਂ ਅਤੇ ਨੋਟਬੁੱਕ ਦਿੱਤੇ। ਅਵੰਤਿਕਾ ਮੈਡਮ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਬਹੁਤ ਪੜ੍ਹੀ ਲਿਖੀ ਹੈ। ਉਹ ਸ਼ਾਇਦ ਆਪਣੇ ਘਰ ਇਕੱਲੀ ਰਹਿੰਦੀ ਸੀ, ਕਿਉਂਕਿ ਮੈਂ ਉਸ ਦੇ ਘਰ ਕਿਸੇ ਹੋਰ ਨੂੰ ਨਹੀਂ ਦੇਖਿਆ ਸੀ। ਅਵੰਤਿਕਾ ਮੈਡਮ ਦੇ ਪਾਏ ਹੋਏ ਕੱਪੜੇ ਵੀ ਪਿੰਡ ਦੀਆਂ ਕੁੜੀਆਂ ਨਾਲੋਂ ਬਿਲਕੁਲ ਵੱਖਰੇ ਸਨ। ਪਿੰਡ ਦੀਆਂ ਸਾਰੀਆਂ ਔਰਤਾਂ ਪੁਰਾਣੀਆਂ ਸਾੜੀਆਂ ਪਹਿਨਦੀਆਂ ਸਨ, ਪਰ ਅਵੰਤਿਕਾ ਮੈਡਮ ਚੰਗੇ ਸੂਟ ਪਾਉਂਦੀ ਸੀ। ਜਦੋਂ ਵੀ ਉਹ ਬੋਲਦੀ ਸੀ, ਮੇਰਾ ਮਨ ਕਰਦਾ ਸੀ ਕਿ ਉਸ ਨੂੰ ਸੁਣਦੀ ਰਵਾਂ। ਉਸ ਦਾ ਬੋਲਣ ਦਾ ਅੰਦਾਜ਼ ਅਤੇ ਉਸ ਦਾ ਗੈਟਅਪ ਮੈਨੂੰ ਬਹੁਤ ਪਸੰਦ ਸੀ। ਪੂਰੇ 6 ਸਾਲ ਮੈਂ ਅਵੰਤਿਕਾ ਮੈਮ ਕੋਲ ਲੁਕ ਛਿਪ ਕੇ ਪੜ੍ਹਾਈ ਕਰਦੀ ਰਹੀ। ਜੇ ਮੇਰੇ ਘਰ ਕਿਸੇ ਨੂੰ ਵੀ ਮੇਰੇ ਤੇ ਕੋਈ ਸ਼ੱਕ ਹੁੰਦਾ ਤਾਂ ਮੈਂ ਆਪਣੀ ਸਹੇਲੀ ਦਾ ਘਰ ਹੋਣ ਦਾ ਬਹਾਨਾ ਲਾ ਕੇ ਅਵੰਤਿਕਾ ਮੈਡਮ ਦੇ ਘਰ ਪੜ੍ਹਨ ਲਈ ਆ ਜਾਂਦੀ। ਅਵੰਤਿਕਾ ਮੈਡਮ ਨੇ ਮੇਰੇ 9ਵੀਂ ਅਤੇ 10ਵੀਂ ਦੇ ਇਮਤਿਹਾਨ ਵੀ ਦਵਾ ਦਿੱਤੇ ਸੀ। ਮੇਰਾ ਹਾਈ ਸਕੂਲ ਪੂਰਾ ਹੋ ਗਿਆ ਸੀ। ਅਵੰਤਿਕਾ ਮੈਡਮ ਖੁਦ ਮੈਨੂੰ ਸਕੂਲ ਲੈ ਗਈ ਅਤੇ ਮੇਰੇ ਪੇਪਰ ਕਰਵਾਏ। ਮੇਰੀ ਮਾਂ ਅਤੇ ਮੇਰੀ ਭੈਣ ਨੂੰ ਇਸ ਬਾਰੇ ਪਤਾ ਸੀ, ਪਰ ਮੇਰੇ ਕਾਰਨ ਉਹ ਚੁੱਪ ਰਹੀ। ਇਸ ਬਾਰੇ ਉਸਨੇ ਘਰ ਵਿੱਚ ਕਿਸੇ ਨੂੰ ਵੀ ਕੁਝ ਨਹੀਂ ਦੱਸਿਆ। ਜਦੋਂ ਮੈਂ ਹਾਈ ਸਕੂਲ ਪੂਰਾ ਕੀਤਾ, ਮੇਰੀ ਮਾਂ ਨੇ ਮੈਨੂੰ ਕਿਹਾ ਕਿ ਹੁਣ ਤੂੰ ਬਹੁਤ ਵੱਡੀ ਹੋ ਗਈ ਹੈ ਅਤੇ ਤੇਰੇ ਪਿਤਾ ਜੀ ਅਤੇ 2 ਭਰਾਵਾਂ ਨੇ ਤੈਨੂੰ ਘਰੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ। ਵੈਸੇ ਵੀ ਹੁਣ ਤੇਰੇ ਭਰਾ ਦਾ ਵਿਆਹ ਹੋਣ ਵਾਲਾ ਹੈ, ਇਸ ਲਈ ਹੁਣ ਤੁਸੀਂ ਆਪਣੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਕਰੋ। ਮੈਂ ਆਪਣੀ ਮਾਂ ਨੂੰ ਕਿਹਾ, ਮਾਤਾ ਜੀ, ਮੈਂ ਚਾਹੁੰਦੀ ਹਾਂ ਕਿ ਅਵੰਤਿਕਾ ਮੈਡਮ ਨੂੰ ਵੀ ਮੇਰੇ ਭਰਾ ਦੇ ਵਿਆਹ ਵਿੱਚ ਬੁਲਾਇਆ ਜਾਵੇ। ਇਹ ਸੁਣ ਕੇ ਮੇਰੀ ਮਾਂ ਇੱਕਦਮ ਘਬਰਾ ਗਈ ਅਤੇ ਕਹਿਣ ਲੱਗੀ, ਸਾਵਧਾਨ ਰਹੋ, ਕਿਸੇ ਨੂੰ ਵੀ ਨਾ ਦੱਸੋ ਕਿ ਤੁਸੀਂ ਉਸ ਅਵੰਤਿਕਾ ਬਾਰੇ ਕੁਝ ਜਾਣਦੇ ਹੋ। ਇਸ ਪਿੰਡ ਦੇ ਸਾਰੇ ਲੋਕਾਂ ਨੇ ਉਸ ਨਾਲੋਂ ਨਾਤਾ ਤੋੜ ਲਿਆ ਹੈ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਅਤੇ ਪੁੱਛਿਆ ਕਿ ਅਜਿਹਾ ਕਿਉਂ? ਮਾਂ ਕਹਿਣ ਲੱਗੀ, ਕਿਉਂਕਿ ਇੱਕ ਦਿਨ ਉਸਨੇ ਤਾਂਤਰਿਕ ਬਾਬੇ ਨਾਲ ਬਦਤਮੀਜ਼ੀ ਕੀਤੀ ਸੀ। ਇੱਕ ਤਾਂਤਰਿਕ ਬਾਬਾ ਹੀ ਹੈ ਜਿਸ ਨੂੰ ਪਿੰਡ ਦੇ ਸਾਰੇ ਲੋਕ ਬਹੁਤ ਸਤਿਕਾਰ ਦਿੰਦੇ ਹਨ। ਤਾਂਤਰਿਕ ਬਾਬਾ ਨੂੰ ਪਿੰਡ ਦਾ ਸਰਪੰਚ ਵੀ ਬਣਾਇਆ ਗਿਆ। ਉਸ ਦਿਨ ਮੈਨੂੰ ਪਹਿਲੀ ਵਾਰ ਪਿੰਡ ਦੀਆਂ ਅਜੀਬੋ-ਗਰੀਬ ਰੀਤੀ ਰਿਵਾਜਾਂ ਬਾਰੇ ਪਤਾ ਲੱਗਿਆ ਸੀ ਕਿ ਜਿਹੜੀ ਲੜਕੀ ਵਿਆਹ ਦੇ 5 ਮਹੀਨੇ ਬਾਅਦ ਵੀ ਗਰਭਵਤੀ ਨਹੀਂ ਹੁੰਦੀ, ਉਸ ਨੂੰ 5 ਦਿਨ ਲਈ ਤਾਂਤਰਿਕ ਬਾਬੇ ਕੋਲ ਰਹਿਣ ਲਈ ਭੇਜਿਆ ਜਾਂਦਾ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਫਿਰ ਉਹ ਗਰਭਵਤੀ ਹੋ ਜਾਂਦੀ ਹੈ। ਅਵੰਤਿਕਾ ਮੈਡਮ ਹੋਰ ਕੁੜੀਆਂ ਨਾਲੋਂ ਬਿਲਕੁਲ ਵੱਖਰੀ ਸੀ। ਉਹ ਪੜ੍ਹੀ ਲਿਖੀ ਵੀ ਸੀ। ਇਸੇ ਕਾਰਨ ਜਦੋਂ ਉਹ ਵਿਆਹ ਤੋਂ ਬਾਅਦ ਗਰਭਵਤੀ ਨਹੀਂ ਹੋਈ ਤਾਂ ਉਸਨੇ ਤਾਂਤਰਿਕ ਬਾਬਾ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸ ਦੇ ਪੂਰੇ ਪਰਿਵਾਰ ਅਤੇ ਉਸ ਦੇ ਸਹੁਰਿਆਂ ਨੇ ਉਸ ਨਾਲ ਸਾਰੇ ਰਿਸ਼ਤੇ ਤੋੜ ਲਏ ਸਨ ਅਤੇ ਉਸ ਨੂੰ ਘਰ ਵਿੱਚ ਬੰਦ ਕਰ ਦਿੱਤਾ ਸੀ। ਮੈਨੂੰ ਇਸ ਸਭ ਬਾਰੇ ਪਹਿਲੀ ਵਾਰ ਪਤਾ ਲੱਗਿਆ ਅਤੇ ਇਹ ਰੀਤ ਸੁਣ ਕੇ ਬਹੁਤ ਅਜੀਬ ਲੱਗਿਆ। ਇਸ ਵਾਰ ਮੇਰੇ ਵੱਡੇ ਭਰਾ ਦਾ ਵਿਆਹ ਅਤੇ ਮੇਰੀ ਭੈਣ ਦਾ ਵਿਆਹ ਇੱਕੋ ਦਿਨ ਹੋਏ ਸੀ। ਵਿਆਹ ਤੋਂ ਬਾਅਦ ਮੇਰੀ ਭੈਣ ਆਪਣੇ ਸਹੁਰੇ ਘਰ ਚਲੀ ਗਈ ਅਤੇ ਭਰਜਾਈ ਸਾਡੇ ਘਰ ਆ ਗਈ। ਉਹ ਸਾਡੇ ਪਿੰਡ ਰਹਿੰਦੀ ਸੀ, ਇਸੇ ਲਈ ਮੈਂ ਆਪਣੀ ਭਾਬੀ ਨੂੰ ਪਹਿਲਾਂ ਤੋਂ ਜਾਣਦੀ ਸੀ। ਜਦੋਂ ਭਾਬੀ ਘਰ ਆਈ ਤਾਂ ਮੈਂ ਬਹੁਤ ਖੁਸ਼ ਸੀ, ਕਿਉਂਕਿ ਮੇਰੀ ਭੈਣ ਦੀ ਵਿਦਾਈ ਹੋ ਗਈ ਸੀ। ਇਸ ਕਰਕੇ ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਸੀ। ਪਰ ਭਾਬੀ ਘਰ ਵਿੱਚ ਆਉਂਦੇ ਹੀ ਮੇਰੀ ਸਹੇਲੀ ਬਣ ਗਈ। ਮੈਂ ਉਸ ਨਾਲ ਬਹੁਤ ਵਧੀਆ ਗੱਲਬਾਤ ਕਰਨ ਲੱਗੀ। ਮੇਰੀ ਭਾਬੀ ਬਹੁਤ ਚੰਗੀ ਅਤੇ ਸਮਝਦਾਰ ਸੀ ਅਤੇ ਬਹੁਤ ਹੀ ਨਿਮਰ ਅਤੇ ਸੰਸਕਾਰੀ ਵੀ ਸੀ। ਉਹ ਸਾਰਾ ਦਿਨ ਰੱਬ ਦੀ ਭਗਤੀ ਵਿੱਚ ਬਤੀਤ ਕਰਦੀ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਤੁਸੀਂ ਰੱਬ ਅੱਗੇ ਅਰਦਾਸ ਕਰਿਆ ਕਰੋ ਕਿ ਰੱਬ ਮੈਨੂੰ ਜਲਦੀ ਤੋਂ ਜਲਦੀ ਬੱਚਾ ਦੇਵੇ। ਜੇਕਰ ਮੈਂ 5 ਮਹੀਨੇ ਗਰਭਵਤੀ ਨਾ ਹੋਈ ਤਾਂ ਮੈਨੂੰ ਤਾਂਤਰਿਕ ਬਾਬਾ ਕੋਲ ਜਾਣਾ ਪਵੇਗਾ। ਮੇਰੇ ਵੱਡੇ ਭਰਾ ਅਤੇ ਮੇਰੀ ਭੈਣ ਦਾ ਵਿਆਹ ਉਸੇ ਦਿਨ ਹੋਇਆ ਸੀ ਅਤੇ ਮੇਰੀ ਭੈਣ ਵਿਆਹ ਦੇ 3 ਮਹੀਨੇ ਗਰਭਵਤੀ ਹੋ ਗਈ ਸੀ, ਪਰ ਮੇਰੀ ਭਰਜਾਈ ਦੀ ਗੋਦ ਅਜੇ ਤੱਕ ਸੁੰਨੀ ਸੀ। ਮੈਂ ਆਪਣੀ ਭਾਬੀ ਨੂੰ ਸਮਝਾਇਆ ਅਤੇ ਕਿਹਾ ਕਿ ਤੁਸੀਂ ਉਦਾਸ ਕਿਉਂ ਹੋ, ਤੁਸੀਂ ਇਸ ਬਾਰੇ ਭਾਈ ਨੂੰ ਦੱਸੋ। ਸੰਭਵ ਹੈ ਕਿ ਉਹ ਕਿਸੇ ਚੰਗੇ ਡਾਕਟਰ ਤੋਂ ਤੁਹਾਡਾ ਇਲਾਜ ਕਰਵਾ ਦੇਵੇ, ਜਿਸ ਤੋਂ ਬਾਅਦ ਤੁਸੀਂ ਗਰਭਵਤੀ ਵੀ ਹੋ ਸਕਦੇ ਹੋ। ਭਾਬੀ ਕਹਿਣ ਲੱਗੀ, ਇਹ ਨਹੀਂ ਹੋ ਸਕਦਾ। ਇੱਥੇ ਕਿਸੇ ਦਾ ਇਲਾਜ ਨਹੀਂ ਕੀਤਾ ਜਾਂਦਾ। ਇੱਥੇ ਤਾਂਤਰਿਕ ਬਾਬਾ ਹੀ ਇਲਾਜ ਕਰਦੇ ਹਨ, ਪਰ ਮੈਂ ਤਾਂਤਰਿਕ ਬਾਬਾ ਕੋਲ ਨਹੀਂ ਜਾਣਾ ਚਾਹੁੰਦੀ। ਬਸ ਤੁਸੀਂ ਮੇਰੇ ਲਈ ਅਰਦਾਸ ਕਰੋ। ਮੇਰੀ ਭਰਜਾਈ ਦੇ ਵਿਆਹ ਨੂੰ 4 ਮਹੀਨੇ ਹੋ ਗਏ ਸਨ
ਤਾਂ ਪਿੰਡ ਦੀਆਂ ਔਰਤਾਂ ਸਾਡੇ ਘਰ ਆਈਆਂ ਤੇ ਮੇਰੀ ਮਾਂ ਨੂੰ ਆਪਣੀ ਨੂੰਹ ਨੂੰ ਤਾਂਤਰਿਕ ਬਾਬੇ ਕੋਲ ਲੈ ਜਾਣ ਦੀ ਸਲਾਹ ਦੇਣ ਲੱਗੀਆਂ। ਭਾਬੀ ਬਹੁਤ ਡਰੀ ਹੋਈ ਸੀ ਤੇ ਉਹ ਸਾਰਾ ਦਿਨ ਰੋਂਦੀ ਰਹਿੰਦੀ ਸੀ। ਮੇਰੀ ਭਰਜਾਈ ਦੇ ਵਿਆਹ ਨੂੰ ਹੁਣ 5 ਮਹੀਨੇ ਬੀਤ ਚੁੱਕੇ ਸਨ ਤੇ ਭਾਬੀ ਅਜੇ ਤੱਕ ਗਰਭਵਤੀ ਨਹੀਂ ਹੋਈ ਸੀ। ਤਾਂ ਪਿੰਡ ਦੇ ਰਿਵਾਜ ਅਨੁਸਾਰ ਕੁਝ ਔਰਤਾਂ ਉਸ ਨੂੰ ਲੈਣ ਆਈਆਂ। ਮੈਂ ਮਾਂ ਨੂੰ ਕਿਹਾ ਕਿ ਜਦੋਂ ਭਾਬੀ ਤਾਂਤਰਿਕ ਬਾਬੇ ਕੋਲ ਨਹੀਂ ਜਾਣਾ ਚਾਹੁੰਦੀ ਤਾਂ ਜ਼ਬਰਦਸਤੀ ਨਾ ਕਰੋ। ਮੇਰੀ ਮਾਂ ਨੇ ਕਿਹਾ, ਬੇਟੀ ਤੂੰ ਅਜੇ ਬੱਚੀ ਹੈ, ਇਸ ਲਈ ਇਹਨਾਂ ਗੱਲਾਂ ਵਿੱਚ ਨਾ ਫਸੋ। ਜੇਕਰ ਉਹ ਤਾਂਤਰਿਕ ਬਾਬੇ ਕੋਲ ਨਾ ਗਈ ਤਾਂ ਤੇਰਾ ਭਰਾ ਤੇਰੀ ਭਰਜਾਈ ਨੂੰ ਤਲਾਕ ਦੇ ਕੇ ਘਰੋਂ ਕੱਢ ਦੇਵੇਗਾ। ਤਲਾਕ ਦਾ ਨਾਂ ਸੁਣ ਕੇ ਭਾਬੀ ਘਬਰਾ ਗਈ ਅਤੇ ਬੁਰੀ ਤਰ੍ਹਾਂ ਡਰ ਗਈ। ਇਸ ਤੋਂ ਬਾਅਦ ਰੋਂਦੀ ਹੋਈ ਭਰਜਾਈ ਤਾਂਤਰਿਕ ਬਾਬਾ ਕੋਲ ਜਾਣ ਲਈ ਤਿਆਰ ਹੋ ਗਈ। ਜਾਣ ਵੇਲੇ ਭਾਬੀ ਨੇ ਮੈਨੂੰ ਜੱਫੀ ਪਾ ਲਈ। ਮੈਂ ਇਹ ਜਾਣ ਕੇ ਬਹੁਤ ਹੈਰਾਨ ਅਤੇ ਦੁਖੀ ਹੋਈ। ਸਿਰਫ 5 ਦਿਨਾਂ ਦੀ ਤਾਂ ਗੱਲ ਹੈ, ਪਤਾ ਨਹੀਂ ਭਾਬੀ ਇੰਨੀ ਡਰੀ ਹੋਈ ਕਿਉਂ ਸੀ। ਵੈਸੇ ਵੀ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕਿਸੇ ਤਾਂਤਰਿਕ ਬਾਬੇ ਦੇ ਇਲਾਜ ਨਾਲ ਕੋਈ ਬੱਚਾ ਪੈਦਾ ਕਰ ਸਕਦਾ ਹੈ। ਜੇਕਰ ਮੈਂ ਅਵੰਤਿਕਾ ਮੈਡਮ ਤੋਂ ਸਿੱਖਿਆ ਨਾ ਪ੍ਰਾਪਤ ਕੀਤੀ ਹੁੰਦੀ ਤਾਂ ਸ਼ਾਇਦ ਮੈਂ ਵੀ ਇਹਨਾਂ ਬੇਤੁਕੀਆਂ ਗੱਲਾਂ ਦਾ ਸ਼ਿਕਾਰ ਹੋ ਜਾਂਦੀ। ਮੈਨੂੰ ਅਵੰਤਿਕਾ ਮੈਡਮ ਦਾ ਦਿੱਤਾ ਉਪਦੇਸ਼ ਚੰਗੀ ਤਰ੍ਹਾਂ ਯਾਦ ਹੈ ਕਿ ਬੱਚੇ ਨੂੰ ਦੇਣਾ ਜਾਂ ਨਾ ਦੇਣਾ ਕੇਵਲ ਪਰਮਾਤਮਾ ਦੇ ਹੱਥ ਹੈ। ਤਾਂ ਫਿਰ ਇਹ ਬਾਬਾ ਕੀ ਕਰਦਾ ਸੀ। ਭਾਬੀ ਨੂੰ ਗਏ ਨੂੰ 2 ਦਿਨ ਹੋ ਗਏ ਸਨ। ਮੈਨੂੰ ਬਹੁਤ ਫਿਕਰ ਹੋ ਰਹੀ ਸੀ। ਇੱਕ ਦਿਨ ਮੈਂ ਚੁੱਪਚਾਪ ਘਰੋਂ ਨਿਕਲ ਗਈ ਸੀ ਤਾਂ ਜੋ ਮੈਂ ਜਾ ਕੇ ਭਾਬੀ ਦਾ ਹਾਲ ਚਾਲ ਪੁੱਛ ਸਕਾਂ। ਉਹ ਤਾਂਤਰਿਕ ਬਾਬਾ ਪਿੰਡ ਦੇ ਆਖਰੀ ਕੋਨੇ ਵਿੱਚ ਰਹਿੰਦਾ ਸੀ। ਮੈਂ ਆਪਣਾ ਮੂੰਹ ਲੁਕੋ ਕੇ ਉੱਥੇ ਚਲੀ ਗਈ। ਇਹ ਇੱਕ ਵੱਡਾ ਕਮਰਾ ਸੀ ਜਿਸ ਦੇ ਆਲੇ ਦੁਆਲੇ ਬਹੁਤ ਸਾਰੇ ਛੋਟੇ-ਛੋਟੇ ਕਮਰੇ ਸਨ, ਜਿਨ੍ਹਾਂ ਕਮਰਿਆਂ ਵਿੱਚ ਬਹੁਤ ਸਾਰੀਆਂ ਔਰਤਾਂ ਮੌਜੂਦ ਸਨ। ਮੈਂ ਹਰ ਕਮਰੇ ਦੀ ਖੁੱਲੀ ਖਿੜਕੀ ਕੋਲ ਜਾ ਕੇ ਆਪਣੀ ਭਰਜਾਈ ਨੂੰ ਲੱਭ ਰਹੀ ਸੀ। ਆਖਰ 3-4 ਕਮਰਿਆਂ ਤੋਂ ਬਾਅਦ ਇੱਕ ਕਮਰਾ ਆਇਆ ਜਿਸ ਦੀ ਖਿੜਕੀ ਖੁੱਲੀ ਹੋਈ ਸੀ। ਉੱਥੇ ਮੈਂ ਆਪਣੀ ਭਾਬੀ ਨੂੰ ਦੇਖਿਆ। ਉਹ ਜ਼ਮੀਨ ਤੇ ਬੈਠੀ ਸੀ। ਜਦੋਂ ਮੈਂ ਉਸ ਨੂੰ ਬੁਲਾਇਆ ਤਾਂ ਭਾਬੀ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ ਕਿ ਤੁਸੀਂ ਇੱਥੇ ਕਿਉਂ ਆਏ ਹੋ? ਮੈਂ 2 ਦਿਨਾਂ ਬਾਅਦ ਆਪਣੇ ਆਪ ਘਰ ਆ ਜਾਵਾਂਗੀ। ਮੈਂ ਕੁਝ ਪੁੱਛਣਾ ਚਾਹਿਆ ਤਾਂ ਭਾਬੀ ਨੇ ਹੱਥ ਜੋੜ ਲਏ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸਨੇ ਕਿਹਾ, ਰੱਬ ਦਾ ਵਾਸਤਾ ਕਿਰਪਾ ਕਰਕੇ ਇੱਥੋਂ ਚਲੇ ਜਾਓ। ਮੈਨੂੰ ਆਪਣੀ ਭਾਬੀ ਦੀ ਹਾਲਤ ਦੇਖ ਕੇ ਬਹੁਤ ਤਰਸ ਆ ਰਿਹਾ ਸੀ। ਉਹ ਮੇਰੇ ਵੱਲ ਕੁਝ ਚਿੰਤਤ ਨਜ਼ਰਾਂ ਨਾਲ ਦੇਖ ਰਹੀ ਸੀ। ਭਾਬੀ ਨੇ ਕਿਹਾ, ਤੁਸੀਂ ਇੱਥੋਂ ਚਲੇ ਜਾਓ, ਮੈਂ ਨਹੀਂ ਚਾਹੁੰਦੀ ਕਿ ਕੋਈ ਤੁਹਾਨੂੰ ਦੇਖੇ। ਮੈਂ ਭਾਬੀ ਦੇ ਕਹਿਣ ਤੇ ਵਾਪਸ ਆ ਗਈ ਸੀ। ਜਦੋਂ 5 ਦਿਨ ਬੀਤ ਗਏ ਤਾਂ ਮੇਰੀ ਮਾਂ ਅਤੇ ਭਰਾ ਗਏ ਅਤੇ ਭਰਜਾਈ ਨੂੰ ਘਰ ਲੈ ਆਏ। ਭਾਬੀ ਦੀ ਹਾਲਤ ਬਹੁਤ ਬੁਰੀ ਲੱਗ ਰਹੀ ਸੀ। ਉਸ ਦੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈ ਗਏ ਸਨ ਅਤੇ ਉਹ ਪਹਿਲਾਂ ਨਾਲੋਂ ਵੀ ਕਮਜ਼ੋਰ ਲੱਗ ਰਹੀ ਸੀ। ਮੈਂ ਕਿਹਾ, ਮਾਂ ਭਾਬੀ ਨੂੰ ਕੀ ਹੋ ਗਿਆ ਹੈ? ਮੇਰੀ ਮਾਂ ਕਹਿਣ ਲੱਗੀ, ਚੁੱਪ ਕਰ, ਕੁਝ ਨਹੀਂ ਹੋਇਆ। ਤੇਰੀ ਭਰਜਾਈ ਨੇ ਤੈਨੂੰ ਕਿੰਨੀ ਵਾਰ ਕਿਹਾ ਹੈ ਕਿ ਵੱਡਿਆਂ ਦੀਆਂ ਗੱਲਾਂ ਵਿੱਚ ਨਾ ਬੋਲਿਆ ਕਰ, ਤੂੰ ਅਜੇ ਬੱਚੀ ਹੈ। ਮਾਂ ਨੇ ਮੈਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ ਸੀ। ਮਾਂ ਕਹਿਣ ਲੱਗੀ ਕਿ ਬਾਬੇ ਦੇ ਇਲਾਜ ਕਰਕੇ ਅਜਿਹਾ ਹੋਇਆ, ਇਸ ਬਾਰੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਜਦੋਂ ਮੇਰੀ ਮਾਂ ਨੇ ਇਹ ਕਿਹਾ ਤਾਂ ਮੈਂ ਅਫਸੋਸ ਨਾਲ ਸਿਰ ਹਿਲਾਇਆ ਅਤੇ ਮਨ ਵਿੱਚ ਸੋਚਣ ਲੱਗੀ ਕਿ ਇਹ ਸੰਭਵ ਨਹੀਂ ਸੀ ਕਿ ਬਾਬੇ ਦੇ ਇਲਾਜ ਕਾਰਨ ਕੋਈ ਗਰਭਵਤੀ ਹੋ ਜਾਵੇ। ਪਰ ਉਹ ਹੈਰਾਨ ਰਹਿ ਗਈ ਜਦੋਂ 1 ਮਹੀਨਾ ਬੀਤ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਖਬਰ ਮਿਲੀ ਕਿ ਉਸ ਦੀ ਭਰਜਾਈ ਗਰਭਵਤੀ ਹੈ। ਉਹ ਪੂਰੇ ਪਿੰਡ ਵਿੱਚ ਮਠਿਆਈਆਂ ਵੰਡ ਰਹੇ ਸਨ ਅਤੇ ਉਹ ਬਹੁਤ ਜਸ਼ਨ ਮਨਾ ਰਹੇ ਸਨ। ਮੈਂ ਜਿੰਨਾ ਹੈਰਾਨ ਹੁੰਦੀ ਓਨਾ ਹੀ ਘੱਟ ਸੀ। ਇਹ ਸਭ ਮੇਰੀ ਕਲਪਨਾ ਤੋਂ ਪਰੇ ਸੀ। ਮੈਂ ਭਾਬੀ ਨੂੰ ਪੁੱਛਿਆ, ਇਸ ਸਭ ਦਾ ਰਾਜ ਕੀ ਹੈ? ਕੀ ਹੋਇਆ? ਆਖਰ ਉਹ ਤਾਂਤਰਿਕ ਬਾਬਾ ਔਰਤਾਂ ਨਾਲ ਅਜਿਹਾ ਕੀ ਕਰਦਾ ਹੈ ਕਿ ਉਹ ਇੰਨੀ ਜਲਦੀ ਗਰਭਵਤੀ ਹੋ ਜਾਂਦੀਆਂ ਅਤੇ ਤੁਸੀਂ ਵੀ ਗਰਭਵਤੀ ਹੋ ਗਏ ਹੋ? ਇਹ ਕਿਵੇਂ ਹੋਇਆ? ਦੱਸ ਭਾਬੀ, ਤੇਰੇ ਨਾਲ ਉੱਥੇ ਉਸ ਦੇ ਕਮਰੇ ਵਿੱਚ ਕੀ ਹੋਇਆ? ਮੇਰੀ ਇਹ ਗੱਲ ਸੁਣ ਕੇ ਭਾਬੀ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ। ਅੱਖਾਂ ਵਿੱਚ ਹੰਝੂ ਲੈ ਕੇ ਉਸਨੇ ਕਿਹਾ, ਇਹ ਸਭ ਮੈਨੂੰ ਨਾ ਪੁੱਛ। ਜਦੋਂ ਮੈਂ ਆਪਣੀ ਭਾਬੀ ਨੂੰ ਬਹੁਤ ਜ਼ੋਰ ਪਾਇਆ ਤਾਂ ਉਸਨੇ ਨਾ ਕਰ ਦਿੱਤੀ ਅਤੇ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਅਜੇ ਬੱਚੀ ਹੋ, ਮੈਂ ਤੁਹਾਨੂੰ ਇਹ ਸਭ ਨਹੀਂ ਦੱਸ ਸਕਦੀ। ਬਸ ਇਹ ਸਮਝੋ ਕਿ ਇਸ ਰਿਵਾਜ ਨੇ ਮੇਰੇ ਸਮੇਤ ਕੋਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਰੱਬ ਕਿਸੇ ਵੀ ਕੁੜੀ ਤੇ ਅਜਿਹਾ ਜ਼ੁਲਮ ਨਾ ਕਰੇ ਜਿੰਨਾ ਸਾਡੇ ਪਿੰਡ ਦੀਆਂ ਕੁੜੀਆਂ ਤੇ ਹੁੰਦਾ ਹੈ। ਭਾਬੀ ਦੀ ਗੱਲ ਸੁਣ ਕੇ ਮੈਂ ਵੀ ਬਹੁਤ ਡਰ ਗਈ ਕਿ ਇਹ ਕਿਹੋ ਜਿਹਾ ਜ਼ੁਲਮ ਹੈ। ਭਾਬੀ ਨੇ ਕਿਹਾ, ਜਦੋਂ ਸਮਾਂ ਆਵੇਗਾ ਤੁਹਾਨੂੰ ਵੀ ਸਭ ਕੁਝ ਪਤਾ ਲੱਗ ਜਾਵੇਗਾ। ਉਸ ਦਿਨ ਤੋਂ ਬਾਅਦ ਮੈਂ ਆਪਣੀ ਭਾਬੀ ਨੂੰ ਹਮੇਸ਼ਾ ਉਦਾਸ ਦੇਖਿਆ। 9 ਮਹੀਨੇ ਪੂਰੇ ਹੋਣ ਤੋਂ ਬਾਅਦ ਭਰਜਾਈ ਨੇ ਬੇਟੀ ਨੂੰ ਜਨਮ ਦਿੱਤਾ। ਭਾਬੀ ਦੀ ਧੀ ਬਿਲਕੁਲ ਆਪਣੀ ਮਾਂ ਵਰਗੀ ਲੱਗ ਰਹੀ ਸੀ। ਪਰ ਹੈਰਾਨੀ ਦੀ ਗੱਲ ਇਹ ਸੀ
ਕਿ ਬੱਚੇ ਲਈ ਪ੍ਰਾਰਥਨਾ ਕਰਨ ਵਾਲੀ ਭਰਜਾਈ ਦਾ ਜਦੋਂ ਆਪਣਾ ਇੱਕ ਬੱਚਾ ਹੋ ਗਿਆ ਸੀ ਤਾਂ ਉਹ ਇਸ ਵੱਲ ਦੇਖਦੀ ਵੀ ਨਹੀਂ ਸੀ। ਲੱਗਦਾ ਹੀ ਨਹੀਂ ਸੀ ਕਿ ਉਹ ਉਸਦੀ ਆਪਣੀ ਧੀ ਸੀ। ਉਹ ਉਸਨੂੰ ਬਹੁਤਾ ਪਿਆਰ ਵੀ ਨਹੀਂ ਕਰਦੀ ਸੀ। ਮੇਰੀ ਮਾਂ ਉਸਦੀ ਦੇਖਭਾਲ ਕਰਦੀ ਸੀ। ਕਈ ਵਾਰ ਮੈਂ ਆਪਣੀ ਭਰਜਾਈ ਨੂੰ ਕਹਿੰਦੀ ਸੀ ਕਿ ਤੁਸੀਂ ਆਪਣੀ ਧੀ ਦਾ ਖਿਆਲ ਰੱਖਿਆ ਕਰੋ। ਅਸੀਂ ਤੇਰੀ ਧੀ ਦਾ ਖਿਆਲ ਕਿਉਂ ਰੱਖੀਏ? ਉਹ ਸਾਡੇ ਨਾਲੋਂ ਵੱਧ ਤੁਹਾਡੀ ਧੀ ਹੈ। ਪਰ ਉਹ ਸ਼ਾਇਦ ਮਾਨਸਿਕ ਰੋਗੀ ਬਣ ਗਈ ਸੀ। ਉਹ ਹੱਸ ਕੇ ਕਹਿੰਦੀ ਸੀ, ਉਸ ਨੂੰ ਉਸ ਬਾਬੇ ਕੋਲ ਹੀ ਛੱਡ ਦਿਓ। ਮੈਂ ਉਸ ਨੂੰ ਕਿਉਂ ਛੂਹਾਂ? ਮੈਂ ਮੈਲੀ ਹੋ ਗਈ ਹਾਂ। ਮੇਰੇ ਨਾਲ ਗੰਦਾ ਕੰਮ ਕੀਤਾ ਗਿਆ ਹੈ। ਪਤਾ ਨਹੀਂ ਕਿਉਂ, ਪਰ ਮੈਨੂੰ ਲੱਗਦਾ ਸੀ ਕਿ ਜਦੋਂ ਤੋਂ ਭਾਬੀ ਉਸ ਤਾਂਤਰਿਕ ਬਾਬੇ ਕੋਲ ਗਈ ਹੈ ਉਦੋਂ ਤੋਂ ਉਹ ਬਹੁਤ ਅਜੀਬ ਹੋ ਗਈ ਸੀ। ਮੈਨੂੰ ਆਪਣੀ ਭਾਬੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਉਣ ਲੱਗਾ। ਉਹ ਹਮੇਸ਼ਾ ਗੁਆਚੀ ਰਹਿੰਦੀ ਸੀ ਅਤੇ ਹੁਣ ਉਹ ਪੂਰੀ ਤਰ੍ਹਾਂ ਆਪਣੇ ਹੋਸ਼ ਗਵਾ ਬੈਠੀ ਸੀ। ਮਾਂ ਹਰ ਰੋਜ਼ ਫਿਕਰਮੰਦ ਹੋ ਕੇ ਕਹਿੰਦੀ ਸੀ ਕਿ ਇਸ ਨੂੰ ਠੀਕ ਕਰਵਾਉਣ ਲਈ ਉਸ ਨੂੰ ਇੱਕ ਵਾਰ ਫਿਰ ਤਾਂਤਰਿਕ ਬਾਬੇ ਕੋਲ ਲੈ ਕੇ ਜਾਣਾ ਪਵੇਗਾ। ਇੱਕ ਦਿਨ ਜਦੋਂ ਇਹ ਗੱਲ ਭਾਬੀ ਦੇ ਸਾਹਮਣੇ ਹੋਈ ਕਿ ਉਸ ਨੂੰ ਫਿਰ ਤਾਂਤਰਿਕ ਬਾਬੇ ਕੋਲ ਲੈ ਕੇ ਜਾਣਾ ਪਵੇਗਾ, ਇਹ ਸੁਣ ਕੇ ਉਹ ਘਬਰਾ ਗਈ ਅਤੇ ਕਿਹਾ ਕਿ ਉਹ ਦੁਬਾਰਾ ਉਸ ਦੇ ਕੋਲ ਨਹੀਂ ਜਾਵੇਗੀ। ਉਹ ਡਰ ਕਾਰਨ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਹ ਠੀਕ ਵੀ ਹੋ ਗਈ। ਉਸ ਤੋਂ ਬਾਅਦ ਮੇਰੀ ਮਾਂ ਬੜੇ ਮਾਣ ਨਾਲ ਲੋਕਾਂ ਨੂੰ ਦੱਸਦੀ ਕਿ ਤਾਂਤਰਿਕ ਬਾਬੇ ਦਾ ਨਾਂ ਲੈਣ ਨਾਲ ਸਾਡੀ ਨੂੰਹ ਠੀਕ ਹੋ ਗਈ। ਇਸ ਤੋਂ ਬਾਅਦ ਉਸ ਦੇ ਚਮਤਕਾਰ ਦਾ ਸਬੂਤ ਕੀ ਹੋ ਸਕਦਾ ਹੈ? ਪਰ ਮੇਰਾ ਦਿਲ ਇਹ ਮੰਨਣ ਨੂੰ ਤਿਆਰ ਨਹੀਂ ਸੀ। ਮੈਂ ਇੱਕ ਦੋ ਵਾਰ ਫਿਰ ਭਾਬੀ ਨੂੰ ਪੁੱਛਿਆ, ਭਾਬੀ ਦੱਸ ਤਾਂਤਰਿਕ ਬਾਬਾ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕਰਦਾ ਸੀ? ਪਰ ਉਹ ਹੱਸਦੀ ਰਹਿੰਦੀ ਸੀ। ਚਿੰਤਾ ਨਾ ਕਰ, ਜਦੋਂ ਤੁਹਾਡਾ ਵਿਆਹ ਹੋਵੇਗਾ ਤਾਂ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ। ਆਪਣੀ ਭਰਜਾਈ ਦੀ ਹਾਲਤ ਦੇਖ ਕੇ ਮੈਂ ਸੋਚਦੀ ਰਹੀ ਕਿ ਰੱਬ ਨਾ ਕਰੇ ਕਿ ਮੈਨੂੰ ਵੀ ਉਸ ਕੋਲ ਜਾਣਾ ਪਵੇ। ਇਸੇ ਤਰ੍ਹਾਂ 2-3 ਸਾਲ ਬੀਤ ਗਏ ਸਨ ਅਤੇ ਇਸ ਦੌਰਾਨ ਮੇਰੀ ਇੱਕ ਬਹੁਤ ਹੀ ਕਰੀਬੀ ਦੋਸਤ ਦਾ ਵੀ ਵਿਆਹ ਹੋ ਗਿਆ। ਜਦੋਂ ਉਹ ਵੀ 5 ਮਹੀਨੇ ਤੱਕ ਗਰਭਵਤੀ ਨਾ ਹੋਈ ਤਾਂ ਉਸ ਨੂੰ ਵੀ ਤਾਂਤਰਿਕ ਬਾਬਾ ਕੋਲ ਭੇਜ ਦਿੱਤਾ ਗਿਆ। ਪਰ ਜਦੋਂ ਉਹ ਵਾਪਸ ਆਈ ਤਾਂ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਮੈਨੂੰ ਲੱਗਾ ਕਿ ਉਹ ਵੀ ਮੇਰੀ ਭਾਬੀ ਵਾਂਗ ਉਦਾਸ ਤੇ ਪਰੇਸ਼ਾਨ ਹੋਵੇਗੀ ਤੇ ਮੈਨੂੰ ਕੋਈ ਹੋਰ ਕਹਾਣੀ ਸੁਣਾਵੇਗੀ। ਪਰ ਉਹ ਕਹਿਣ ਲੱਗੀ ਕਿ ਉਸ ਦਾ ਤੰਤਰ ਮੰਤਰ ਨਾਲ ਇਲਾਜ ਕੀਤਾ ਗਿਆ ਅਤੇ ਉਸਨੇ ਉੱਥੇ 5 ਦਿਨ ਬਹੁਤ ਵਧੀਆ ਢੰਗ ਨਾਲ ਗੁਜ਼ਾਰੇ। ਉਸ ਵਿੱਚ ਕੁਝ ਵੀ ਗਲਤ ਨਹੀਂ ਸੀ ਅਤੇ ਇਸ ਤੋਂ ਬਾਅਦ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਗਰਭਵਤੀ ਵੀ ਹੋ ਗਈ ਸੀ। ਮੈਂ ਇੱਕੋ ਵਿਅਕਤੀ ਬਾਰੇ ਵੱਖ-ਵੱਖ ਗੱਲਾਂ ਸੁਣ ਰਹੀ ਸੀ। ਮੈਂ ਬਹੁਤ ਉਲਝਣ ਵਿੱਚ ਸੀ। ਪਿੰਡ ਤੋਂ ਮੇਰੇ ਲਈ ਰਿਸ਼ਤਾ ਆਇਆ ਅਤੇ ਜਲਦੀ ਹੀ ਮੇਰਾ ਵਿਆਹ ਹੋ ਗਿਆ। ਮੈਂ ਆਪਣੇ ਵਿਆਹ ਤੋਂ ਬਾਅਦ ਬਹੁਤ ਖੁਸ਼ ਸੀ ਕਿਉਂਕਿ ਮੇਰਾ ਪਤੀ ਬਹੁਤ ਚੰਗਾ ਇਨਸਾਨ ਸੀ ਅਤੇ ਮੇਰੇ ਸਹੁਰੇ ਘਰ ਦੇ ਸਾਰੇ ਲੋਕ ਵੀ ਬਹੁਤ ਚੰਗੇ ਸਨ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜੋ ਦੂਜਿਆਂ ਨਾਲ ਵਾਪਰਿਆ ਉਹ ਮੇਰੇ ਨਾਲ ਵੀ ਹੋ ਸਕਦਾ ਹੈ। ਜਿਵੇਂ ਹੀ ਮੇਰੇ ਵਿਆਹ ਨੂੰ 3 ਮਹੀਨੇ ਬੀਤ ਗਏ ਤੇ ਹਰ ਪਾਸੇ ਗੱਲਾਂ ਹੋਣ ਲੱਗ ਪਈਆਂ ਕਿ ਤੇਰਾ ਬੱਚਾ ਕਦੋਂ ਪੈਦਾ ਹੋਵੇਗਾ, ਉਹ ਕਦੋਂ ਗਰਭਵਤੀ ਹੋਵੇਗੀ। ਕੋਈ ਔਰਤ ਸਾਡੇ ਘਰ ਆ ਕੇ ਕਹਿੰਦੀ ਕਿ ਜੇਕਰ ਤੁਹਾਡੀ ਨੂੰਹ 5 ਮਹੀਨਿਆਂ ਤੱਕ ਗਰਭਵਤੀ ਨਾ ਹੋਈ ਤਾਂ ਉਸ ਨੂੰ ਤਾਂਤਰਿਕ ਬਾਬੇ ਕੋਲ ਲੈ ਜਾਇਓ। ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਪਰੇਸ਼ਾਨ ਹੋ ਗਈ ਅਤੇ ਆਪਣੀ ਅਵੰਤਿਕਾ ਮੈਡਮ ਕੋਲ ਗਈ ਅਤੇ ਉਸ ਨੂੰ ਸਾਰੀ ਗੱਲ ਦੱਸੀ ਅਤੇ ਉਸ ਦੀ ਰਾਏ ਪੁੱਛੀ। ਉਸਨੇ ਮੈਨੂੰ ਕਿਹਾ ਕਿ ਤੇਰੇ ਵਿਆਹ ਦੇ 5 ਮਹੀਨੇ ਪੂਰੇ ਹੋਣ ਤੋਂ ਬਾਅਦ ਤੂੰ ਅਜਿਹਾ ਕਰੀ ਕਿ ਆਪਣੇ ਸਹੁਰੇ ਵਾਲਿਆਂ ਨੂੰ ਝੂਠ ਬੋਲ ਦੇਈਂ ਕਿ ਤੂੰ ਗਰਭਵਤੀ ਹੈ। ਇਹ ਰਾਏ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਅਤੇ ਕਿਹਾ ਕਿ ਕੁਝ ਦਿਨਾਂ ਬਾਅਦ ਮੇਰਾ ਰਾਜ ਖੁੱਲ ਜਾਵੇਗਾ ਅਤੇ ਜਦੋਂ ਸੱਚ ਸਭ ਦੇ ਸਾਹਮਣੇ ਆ ਜਾਵੇਗਾ ਤਾਂ ਮੈਂ ਕੀ ਕਰਾਂਗੀ। ਅਵੰਤਿਕਾ ਮੈਡਮ ਨੇ ਕਿਹਾ, ਫਿਰ ਤੁਹਾਡੇ ਕੋਲ ਇੱਕ ਹੀ ਵਿਕਲਪ ਹੈ, ਤੁਸੀਂ ਉੱਥੇ ਜਾਣ ਤੋਂ ਇਨਕਾਰ ਕਰ ਦਿਓ। ਮੈਂ ਦੁਖੀ ਹੋ ਕੇ ਉਸ ਨੂੰ ਕਿਹਾ ਕਿ ਤੇਰੇ ਵਾਂਗ ਮੈਨੂੰ ਵੀ ਘਰ ਦੇ ਅੰਦਰ ਹੀ ਕੈਦ ਕਰਕੇ ਰੱਖਿਆ ਜਾਵੇਗਾ। ਤੁਸੀਂ ਬਹੁਤ ਮਜ਼ਬੂਤ ਹੋ ਪਰ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦੀ। ਅਵੰਤਿਕਾ ਮੈਡਮ ਨੇ ਹੈਰਾਨ ਹੋ ਕੇ ਪੁੱਛਿਆ, ਫਿਰ ਤੁਸੀਂ ਕੀ ਕਰੋਗੇ? ਮੈਂ ਉਸ ਨੂੰ ਕਿਹਾ ਕਿ ਮੈਂ ਤਾਂਤਰਿਕ ਬਾਬਾ ਕੋਲ ਜ਼ਰੂਰ ਜਾਵਾਂਗੀ ਅਤੇ ਸੱਚਾਈ ਦਾ ਪਤਾ ਲਗਾਵਾਂਗੀ ਕਿ ਉੱਥੇ ਕੀ ਹੋ ਰਿਹਾ ਹੈ ਅਤੇ ਮੈਂ ਆਪਣੀ ਸੱਸ ਨੂੰ ਵੀ ਕਹਾਂਗੀ ਕਿ ਇਹ ਠੀਕ ਹੈ, ਮੈਂ ਚਲੀ ਜਾਵਾਂਗੀ। ਰਿਵਾਜ ਅਨੁਸਾਰ ਮੇਰੀ ਸੱਸ ਅਤੇ ਪਿੰਡ ਦੀਆਂ 2 ਔਰਤਾਂ ਮੈਨੂੰ ਆਪਣੇ ਨਾਲ ਲੈ ਕੇ ਤਾਂਤਰਿਕ ਬਾਬੇ ਦੇ ਕਮਰੇ ਵਿੱਚ ਛੱਡ ਗਈਆਂ। ਰਸਤੇ ਵਿੱਚ ਮੈਂ ਆਪਣੀ ਭਰਜਾਈ ਨੂੰ ਮਿਲੀ ਅਤੇ ਉਹ ਮੈਨੂੰ ਇਸ਼ਾਰਿਆਂ ਨਾਲ ਚੇਤਾਵਨੀ ਦੇ ਰਹੀ ਸੀ ਕਿ ਮੈਂ ਉੱਥੇ ਨਾ ਜਾਵਾਂ। ਪਰ ਮੈਂ ਇੰਨੇ ਸਾਲਾਂ ਤੋਂ ਆਪਣੇ ਅੰਦਰ ਚੱਲ ਰਹੀ ਦੁਵਿਧਾ ਅਤੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੀ ਸੀ। ਇਸ ਲਈ ਮੈਨੂੰ ਉੱਥੇ ਜਾਣ ਦਾ ਕੋਈ ਡਰ ਨਹੀਂ ਸੀ। ਜਿਵੇਂ ਹੀ ਮੈਂ ਉੱਥੇ ਕਦਮ ਰੱਖਿਆ ਮੈਂ ਦੰਗ ਰਹਿ ਗਈ। ਇਹ ਮਾਹੌਲ ਮੇਰੇ ਵਿਆਹ ਤੋਂ ਪਹਿਲਾਂ ਨਹੀਂ ਸੀ।
ਇੱਥੇ ਸਾਰੀਆਂ ਔਰਤਾਂ ਗੀਤਾ ਦਾ ਪਾਠ ਕਰਦੀਆਂ ਨਜ਼ਰ ਆਈਆਂ। ਚਾਰੇ ਪਾਸੇ ਅਗਰਬੱਤੀ ਦੀ ਖੁਸ਼ਬੂ ਆ ਰਹੀ ਸੀ। ਮੈਂ ਤਾਂਤਰਿਕ ਬਾਬਾ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਮੈਂ ਸਿਰਫ ਉਸ ਦਾ ਨਾਮ ਹੀ ਸੁਣਿਆ ਸੀ ਅਤੇ ਜਦੋਂ ਮੈਂ ਇਸ ਨੂੰ ਦੇਖਿਆ ਤਾਂ ਮੈਂ ਦੰਗ ਰਹਿ ਗਈ। ਉਸ ਕੋਲ ਇੱਕ ਕਾਲਾ ਪੱਥਰ ਰੱਖਿਆ ਹੋਇਆ ਸੀ ਅਤੇ ਉਹ ਅੱਖਾਂ ਬੰਦ ਕਰਕੇ ਬੈਠਾ ਸੀ। ਲੋਕ ਉਸ ਕੋਲ ਜਾਂਦੇ ਅਤੇ ਉਹ ਕੁਝ ਪੜ੍ਹ ਕੇ ਉਹਨਾਂ ਤੇ ਫੂਕ ਮਾਰਦਾ। ਇਹ ਸਭ ਦੇਖ ਕੇ ਮੈਂ ਬਹੁਤ ਹੈਰਾਨ ਹੋਈ। ਭਾਬੀ ਕੁਝ ਹੋਰ ਕਹਿੰਦੀ ਸੀ ਪਰ ਇੱਥੇ ਅਜਿਹਾ ਕੁਝ ਵੀ ਨਹੀਂ ਸੀ। ਮੈਂ ਹੈਰਾਨ ਰਹਿ ਗਈ। ਮੇਰੀ ਸੱਸ ਤਾਂਤਰਿਕ ਬਾਬਾ ਦੇ ਕਹਿਣ ਤੇ ਮੈਨੂੰ ਇੱਕ ਕਮਰੇ ਵਿੱਚ ਛੱਡ ਗਈ। ਇਹ ਕਮਰਾ ਛੋਟਾ ਅਤੇ ਸਾਦਾ ਸੀ ਅਤੇ ਚਾਰੇ ਪਾਸੇ ਚਾਦਰਾਂ ਵਿਛਾਈਆਂ ਹੋਈਆਂ ਸਨ ਅਤੇ ਵੱਖ-ਵੱਖ ਥਾਵਾਂ ਤੇ ਮੋਮਬੱਤੀਆਂ ਵੀ ਲਾਈਆਂ ਹੋਈਆਂ ਸਨ। ਸਾਰੇ ਕਮਰੇ ਵਿੱਚ ਮੋਮਬੱਤੀ ਦੀ ਰੋਸ਼ਨੀ ਸੀ। ਇਸ ਖਤਰਨਾਕ ਕਮਰੇ ਵਿੱਚ ਮੈਨੂੰ ਡਰ ਲੱਗ ਰਿਹਾ ਸੀ ਪਰ ਇਸ ਕਮਰੇ ਵਿੱਚ ਮੇਰੇ ਤੋਂ ਇਲਾਵਾ ਹੋਰ ਕੋਈ ਮੌਜੂਦ ਨਹੀਂ ਸੀ। ਮੈਂ ਇੱਥੇ ਇਕੱਲੀ ਸੀ। ਮੈਨੂੰ ਆਪਣੇ ਦੋਸਤ ਦੀਆਂ ਗੱਲਾਂ ਤੇ ਯਕੀਨ ਹੋਣ ਲੱਗਾ ਕਿ ਇੱਥੇ ਔਰਤਾਂ ਦਾ ਇਲਾਜ ਕੇਵਲ ਤੰਤਰਾਂ ਮੰਤਰਾਂ ਤੇ ਜਾਪ ਨਾਲ ਹੀ ਕੀਤਾ ਜਾਂਦਾ ਹੈ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਮੈਨੂੰ ਇੱਥੇ ਲਗਾਤਾਰ 5 ਦਿਨ ਰਹਿਣਾ ਪਵੇਗਾ। ਮੈਂ ਇੱਥੇ ਸਵੇਰੇ ਆਈ ਸੀ ਪਰ ਹੁਣ ਰਾਤ ਹੋ ਗਈ ਸੀ। ਰਾਤ ਨੂੰ ਇੱਕ ਕੁੜੀ ਮੈਨੂੰ ਖਾਣਾ ਦੇਣ ਆਈ। ਉਸ ਕੁੜੀ ਤੋਂ ਇਲਾਵਾ ਅਜੇ ਤੱਕ ਕੋਈ ਹੋਰ ਮੈਨੂੰ ਕਮਰੇ ਵਿੱਚ ਮਿਲਣ ਨਹੀਂ ਆਇਆ ਸੀ ਅਤੇ ਨਾ ਹੀ ਇਸ ਬਾਬੇ ਨੇ ਮੈਨੂੰ ਬੁਲਾਇਆ ਸੀ। ਮੈਂ ਸੋਚਿਆ ਕਿ ਬਾਬੇ ਕੋਲ ਬਹੁਤ ਭੀੜ ਸੀ, ਇਸ ਲਈ ਸ਼ਾਇਦ ਮੈਨੂੰ ਸਵੇਰੇ ਬੁਲਾ ਲਿਆ ਜਾਵੇਗਾ। ਇਹ ਸਭ ਸੋਚ ਕੇ ਮੈਂ ਸੌਣ ਲਈ ਲੇਟ ਗਈ। ਰਾਤ ਨੂੰ ਮੈਂ ਬਹੁਤ ਗੂੜੀ ਨੀਂਦ ਵਿੱਚ ਸੀ। ਜਦੋਂ ਮੈਂ ਅਜਿਹਾ ਮਹਿਸੂਸ ਕੀਤਾ ਕਿ ਕੋਈ ਕਮਰੇ ਵਿੱਚ ਦਾਖਲ ਹੋਇਆ ਤਾਂ ਮੇਰੀ ਜਾਨ ਨਿਕਲ ਗਈ। ਕਮਰੇ ਵਿੱਚ ਪੂਰੀ ਤਰ੍ਹਾਂ ਹਨੇਰਾ ਸੀ। ਭਾਬੀ ਦੀ ਕਹੀ ਹੋਈ ਹਰ ਗੱਲ ਮੇਰੇ ਮਨ ਵਿੱਚ ਆਉਣ ਲੱਗੀ। ਇਸ ਤੋਂ ਪਹਿਲਾਂ ਕਿ ਮੈਂ ਕੋਈ ਰੌਲਾ ਪਾਉਂਦੀ, ਅੰਦਰ ਆਏ ਆਦਮੀ ਦੇ ਹੱਥ ਵਿੱਚ ਇੱਕ ਮੋਮਬੱਤੀ ਸੀ ਅਤੇ ਜਦੋਂ ਉਸ ਮੋਮਬੱਤੀ ਦੀ ਰੋਸ਼ਨੀ ਉਸ ਆਦਮੀ ਦੇ ਚਿਹਰੇ ਤੇ ਪਈ ਤਾਂ ਮੈਂ ਉਸ ਨੂੰ ਦੇਖ ਕੇ ਕੁਝ ਰਾਹਤ ਮਹਿਸੂਸ ਕੀਤੀ। ਉਹ ਹੋਰ ਕੋਈ ਨਹੀਂ ਸੀ ਸਗੋਂ ਮੇਰਾ ਪਤੀ ਸੀ। ਮੈਂ ਹੈਰਾਨ ਹੋ ਕੇ ਆਪਣੇ ਪਤੀ ਨੂੰ ਪੁੱਛਿਆ, ਤੁਸੀਂ ਇੱਥੇ ਕੀ ਕਰ ਰਹੇ ਹੋ? ਉਹ ਕਹਿਣ ਲੱਗਾ ਕਿ ਤਾਂਤਰਿਕ ਬਾਬਾ ਨੇ ਕਿਹਾ ਸੀ ਕਿ ਤੂੰ ਰਾਤ ਨੂੰ ਆਪਣੀ ਪਤਨੀ ਦੇ ਕਮਰੇ ਵਿੱਚ ਜਾ ਕੇ ਸੌਂ ਜਾਣਾ ਤਾਂ ਜੋ ਰਾਤ ਨੂੰ ਉਹ ਇੱਥੇ ਇਕੱਲੀ ਡਰੇ ਨਾ। ਇਸੇ ਲਈ ਮੈਂ ਤੇਰੇ ਕੋਲ ਆਇਆ। ਮੈਨੂੰ ਇਹ ਸੁਣ ਕੇ ਬਹੁਤ ਰਾਹਤ ਮਿਲੀ ਕਿ ਤਾਂਤਰਿਕ ਬਾਬਾ ਉਹ ਨਹੀਂ ਸੀ ਜੋ ਮੈਂ ਉਸ ਬਾਰੇ ਸੋਚਿਆ ਸੀ। ਅਗਲੇ ਦਿਨ ਤਾਂਤਰਿਕ ਬਾਬਾ ਨੇ ਸਵੇਰੇ ਤੜਕੇ ਮੈਨੂੰ ਅਤੇ ਮੇਰੇ ਪਤੀ ਨੂੰ ਆਪਣੇ ਕੋਲ ਬੁਲਾਇਆ ਅਤੇ ਸਾਡੇ ਦੋਵਾਂ ਤੇ ਕੁਝ ਪੜ੍ਹ ਕੇ ਜਾਦੂ ਟੋਣਾ ਕੀਤਾ ਅਤੇ ਉਸ ਤੋਂ ਬਾਅਦ ਮੇਰੇ ਪਤੀ ਮੈਨੂੰ ਮੇਰੇ ਕਮਰੇ ਵਿੱਚ ਬਣੇ ਮੰਦਿਰ ਦੇ ਸਾਹਮਣੇ ਪ੍ਰਾਰਥਨਾ ਕਰਨ ਲਈ ਕਿਹਾ। ਫਿਰ ਮੇਰਾ ਪਤੀ ਕੰਮ ਤੇ ਚਲਾ ਗਿਆ। ਫਿਰ ਜਦੋਂ ਰਾਤ ਹੋਈ ਤਾਂ ਮੇਰਾ ਪਤੀ ਫਿਰ ਮੇਰੇ ਕੋਲ ਆਇਆ। ਉੱਥੋਂ ਦਾ ਮਾਹੌਲ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਈ ਪਰ ਮੈਨੂੰ ਸਿਰਫ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਪਤੀ ਨੇ ਉਸ ਤਾਂਤਰਿਕ ਬਾਬੇ ਨੂੰ ਇੰਨੇ ਪੈਸੇ ਕਿਉਂ ਦਿੱਤੇ। ਇਹ ਇਸ ਬਾਬੇ ਦੀ ਫੀਸ ਸੀ ਜਾਂ ਕੁਝ ਹੋਰ। ਅਤੇ ਫਿਰ ਮੇਰੇ ਪਤੀ ਕਹਿਣ ਲੱਗੇ, ਪਾਗਲ, ਤਾਂਤਰਿਕ ਬਾਬਾ ਸਾਡੇ ਲਈ ਬਹੁਤ ਕੁਝ ਕਰ ਰਿਹਾ ਹੈ। ਉਹਨਾਂ ਦੀ ਕੋਈ ਫੀਸ ਨਹੀਂ ਹੈ ਪਰ ਮੈਂ ਖੁਸ਼ੀ ਨਾਲ ਉਹਨਾਂ ਨੂੰ ਇਹ ਪੈਸੇ ਦੇ ਦਿੱਤੇ ਹਨ। ਉਹ ਸਾਡੇ ਤੋਂ ਜ਼ਬਰਦਸਤੀ ਪੈਸੇ ਨਹੀਂ ਲੈ ਰਹੇ। ਬਾਬਾ ਜੀ ਇੰਨੇ ਚੰਗੇ ਹਨ ਕਿ ਤਾਂਤਰਿਕ ਬਾਬਾ ਦਾ ਨਾਮ ਪੂਰੇ ਪਿੰਡ ਵਿੱਚ ਮਸ਼ਹੂਰ ਹੈ। ਮੇਰਾ ਇਲਾਜ ਤਾਂਤਰਿਕ ਬਾਬਾ ਕੋਲ 5 ਦਿਨ ਤੱਕ ਚੱਲਦਾ ਰਿਹਾ। ਉੱਥੇ ਮੈਨੂੰ ਪੀਣ ਲਈ ਕੁਝ ਦਵਾਈਆਂ ਵੀ ਦਿੱਤੀਆਂ ਗਈਆਂ। ਤਾਂਤਰਿਕ ਬਾਬਾ ਮੇਰੇ ਕੋਲ ਆਉਂਦੇ ਸੀ ਤੇ ਕੁਝ ਜਾਦੂ ਟੋਣਾ ਕਰਕੇ ਚਲੇ ਜਾਂਦੇ ਸੀ ਪਰ ਉਹ ਮੇਰੇ ਵੱਲ ਅੱਖ ਚੱਕ ਕੇ ਵੀ ਨਹੀਂ ਦੇਖਦੇ ਸੀ। ਭਾਬੀ ਨੇ ਜੋ ਕਿਹਾ ਉਹ ਸਭ ਝੂਠ ਨਿਕਲਿਆ। ਉਹ ਇਸ ਤਰ੍ਹਾਂ ਰੋਂਦੀ ਸੀ ਜਿਵੇਂ ਇੱਥੇ ਕੁੜੀਆਂ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਹੋਵੇ, ਜਦੋਂ ਕਿ ਮੈਂ ਦੇਖਿਆ ਕਿ ਇੱਥੇ ਅਜਿਹਾ ਕੁਝ ਨਹੀਂ ਸੀ। ਮੈਂ ਪੂਰੇ 5 ਦਿਨ ਇੱਥੇ ਰਹੀ ਅਤੇ ਵਾਪਸ ਆ ਗਈ। ਮੇਰੀ ਸੱਸ ਅਤੇ ਪਤੀ ਨੂੰ ਯਕੀਨ ਸੀ ਕਿ ਮੈਂ ਉਹਨਾਂ ਨੂੰ ਆਪਣੇ ਪ੍ਰੈਗਨੈਂਟ ਹੋਣ ਦੀ ਖਬਰ ਬਹੁਤ ਜਲਦੀ ਸੁਣਾਵਾਂਗੀ ਪਰ 2-3 ਮਹੀਨੇ ਬੀਤ ਚੁੱਕੇ ਸਨ। ਮੈਂ ਅਜੇ ਵੀ ਪ੍ਰੈਗਨੈਂਟ ਨਹੀਂ ਹੋਈ ਸੀ। ਮੇਰੀ ਸੱਸ ਅਤੇ ਹੋਰ ਲੋਕ ਹਰ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਕਿ ਲੱਗਦਾ ਹੈ ਕਿ ਇਹ ਪਤੀ ਪਤਨੀ ਤੇ ਪਾਪ ਬਹੁਤ ਜ਼ਿਆਦਾ ਹਨ। ਤਾਂਤਰਿਕ ਬਾਬਾ ਦਾ ਇਲਾਜ ਦੇ ਬਾਵਜੂਦ ਮਾਤਾ ਪਿਤਾ ਨਹੀਂ ਬਣ ਸਕੇ। ਮੈਂ ਬਹੁਤ ਪਰੇਸ਼ਾਨ ਸੀ ਅਤੇ ਇਸ ਸਮੱਸਿਆ ਕਾਰਨ ਮੈਂ ਆਪਣੇ ਪੇਕੇ ਘਰ ਚਲੀ ਗਈ। ਭਾਬੀ ਵੀ ਉੱਥੇ ਮੌਜੂਦ ਸੀ ਅਤੇ ਆਪਣੀ ਧੀ ਨੂੰ ਖਾਣਾ ਖਵਾ ਰਹੀ ਸੀ। ਮੈਨੂੰ ਦੇਖ ਕੇ ਭਾਬੀ ਨੇ ਕਿਹਾ ਕਿ ਕੀ ਹੋਇਆ, ਤੂੰ ਉੱਥੇ ਜਾ ਕੇ ਆਪਣਾ ਸ਼ੌਂਕ ਪੂਰਾ ਕਰ ਲਿਆ। ਮੈਂ ਤੁਹਾਨੂੰ ਉੱਥੇ ਜਾਣ ਤੋਂ ਮਨਾ ਕੀਤਾ ਸੀ ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਮੈਂ ਪਹਿਲਾਂ ਹੀ ਬਹੁਤ ਚਿੰਤਤ ਸੀ। ਭਾਬੀ ਦੀਆਂ ਗੱਲਾਂ ਸੁਣ ਕੇ ਮੈਨੂੰ ਹੋਰ ਵੀ ਗੁੱਸਾ ਆ ਗਿਆ। ਮੈਂ ਗੁੱਸੇ ਵਿੱਚ ਆਪਣੀ ਭਰਜਾਈ ਨੂੰ ਪੁੱਛਿਆ, ਤੁਸੀਂ ਮੇਰੇ ਨਾਲ ਝੂਠ ਕਿਉਂ ਬੋਲਿਆ? ਉੱਥੇ ਅਜਿਹਾ ਕੁਝ ਨਹੀਂ ਕੀਤਾ ਗਿਆ ਜਿਸ ਨੂੰ ਦੱਸ ਕੇ ਤੁਸੀਂ ਬਹੁਤ ਰੋ ਰਹੇ ਸੀ। ਉਹ ਤਾਂਤਰਿਕ ਬਾਬਾ ਬਹੁਤ ਹੀ ਨੇਕ ਇਨਸਾਨ ਹੈ ਅਤੇ ਲੋਕਾਂ ਨਾਲ ਬਹੁਤ ਇੱਜ਼ਤ ਨਾਲ ਪੇਸ਼ ਆਉਂਦਾ ਹੈ। ਮੇਰੀ ਗੱਲ ਸੁਣ ਕੇ ਭਾਬੀ ਹੱਸਣ ਲੱਗ ਪਈ ਤੇ ਕਹਿਣ ਲੱਗੀ, ਫਿਰ ਤੂੰ ਅਜੇ ਤੱਕ ਗਰਭਵਤੀ ਕਿਉਂ ਨਹੀਂ ਹੋਈ ਤੇ ਉੱਥੇ ਜਾ ਕੇ ਬਾਕੀ ਕੁੜੀਆਂ ਗਰਭਵਤੀ ਕਿਉਂ ਹੋ ਗਈਆਂ? ਮੈਂ ਗਰਭਵਤੀ ਕਿਵੇਂ ਹੋਈ? ਮੇਰੀ ਵੀ ਇੱਕ ਧੀ ਹੈ। ਮੈਂ ਵੀ ਤਾਂਤਰਿਕ ਬਾਬੇ ਕੋਲ ਗਈ ਸੀ। ਭਾਬੀ ਦੇ ਸਵਾਲ ਦਾ
ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਇਸ ਲਈ ਮੈਂ ਚੁੱਪ ਰਹੀ। ਭਾਬੀ ਮੈਨੂੰ ਕਹਿਣ ਲੱਗੀ ਕਿ ਤੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ। ਮੈਂ ਕਿਹਾ, ਭਾਬੀ ਤੁਹਾਨੂੰ ਪਤਾ ਹੈ ਕਿ ਸਾਡੇ ਪਿੰਡ ਵਿੱਚ ਲੋਕ ਡਾਕਟਰ ਕੋਲ ਨਹੀਂ ਜਾਂਦੇ, ਇਸ ਤਾਂਤਰਿਕ ਬਾਬੇ ਕੋਲ ਹੀ ਜਾਂਦੇ। ਮੈਂ ਤੁਹਾਡੇ ਕਹੇ ਤੇ ਵਿਸ਼ਵਾਸ ਕੀਤਾ ਅਤੇ ਉੱਥੇ ਗਈ ਤਾਂ ਕਿ ਜੇਕਰ ਉੱਥੇ ਅਜਿਹਾ ਕੁਝ ਵਾਪਰਦਾ ਹੈ ਤਾਂ ਮੈਂ ਸਾਰੇ ਪਿੰਡ ਵਾਸੀਆਂ ਦੇ ਸਾਹਮਣੇ ਇਸ ਦੀ ਸੱਚਾਈ ਲਿਆ ਸਕਦੀ ਸੀ। ਪਰ ਮੈਨੂੰ ਉੱਥੇ ਕੁਝ ਵੀ ਗਲਤ ਨਜ਼ਰ ਨਹੀਂ ਆਇਆ। ਭਾਬੀ ਨੇ ਕਿਹਾ, ਹੁਣ ਤੂੰ ਦੇਖੀ, ਤੇਰੇ ਘਰ ਰੋਜ਼ 2 ਔਰਤਾਂ ਆਉਣਗੀਆਂ ਤੇ ਤੈਨੂੰ ਕਹਿਣਗੀਆਂ ਤਾਂਤਰਿਕ ਬਾਬੇ ਕੋਲ ਜਾ ਕੇ ਤੁਸੀਂ ਆਪਣੇ ਗੁਨਾਹਾਂ ਤੋਂ ਮੁਕਤੀ ਪਾ ਸਕਦੇ ਹੋ। ਕੀ ਤੁਸੀਂ ਜਾਣਾ ਚਾਹੋਗੇ? ਫਿਰ ਵੀ ਇਹ ਸਾਰੇ ਪਿੰਡ ਵਾਲੇ ਤੁਹਾਨੂੰ ਦੁਬਾਰਾ ਉੱਥੇ ਭੇਜਣ ਲਈ ਮਜਬੂਰ ਕਰਨਗੇ ਅਤੇ ਇਸ ਵਾਰ ਤੁਹਾਡਾ ਪਤੀ ਵੀ ਤੁਹਾਡੇ ਨਾਲ ਨਹੀਂ ਖੜਾ ਹੋਵੇਗਾ। ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਮੇਰੀਆਂ ਇਹ ਸਾਰੀਆਂ ਗੱਲਾਂ ਲਿਖ ਲਵੋ। ਮੇਰੀ ਭਾਬੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੈਂ ਬਹੁਤ ਡਰ ਗਈ ਅਤੇ ਆਪਣੇ ਘਰ ਭਾਵ ਆਪਣੇ ਸਹੁਰੇ ਘਰ ਵਾਪਸ ਆ ਗਈ। ਪਰ ਇਸ ਵਾਰ ਉਹੀ ਹੋਇਆ ਜਿਵੇਂ ਭਾਬੀ ਨੇ ਕਿਹਾ ਸੀ। ਹਰ ਰੋਜ਼ 2 ਵੱਖੋ ਵੱਖਰੀਆਂ ਔਰਤਾਂ ਸਾਡੇ ਘਰ ਆਉਂਦੀਆਂ ਅਤੇ ਮੇਰੀ ਸੱਸ ਨੂੰ ਇਹੀ ਗੱਲ ਕਹਿੰਦੀਆਂ ਜੋ ਮੇਰੀ ਭਰਜਾਈ ਨੇ ਮੈਨੂੰ ਦੱਸਿਆ ਸੀ। ਉਹ ਕਹਿੰਦੀਆਂ ਸੀ ਕਿ ਆਪਣੀ ਨੂੰਹ ਨੂੰ ਫਿਰ ਤਾਂਤਰਿਕ ਬਾਬੇ ਕੋਲ ਲੈ ਕੇ ਜਾਓ, ਉਸ ਦੇ ਪਾਪ ਤੋਂ ਮੁਕਤੀ ਕਰਵਾਓ, ਤਾਂ ਹੀ ਤੁਸੀਂ ਦਾਦੀ ਬਣੋਗੇ। ਹਰ ਰੋਜ਼ ਕੋਈ ਨਾ ਕੋਈ ਨਵੀਂ ਔਰਤ ਸਾਡੇ ਘਰ ਆਉਂਦੀ ਤੇ ਇਹ ਗੱਲ ਵਾਰ-ਵਾਰ ਦੁਹਰਾਉਂਦੀ। ਉਹ ਸਭ ਕੁਝ ਚੱਲ ਰਿਹਾ ਸੀ ਜਿਸ ਬਾਰੇ ਭਾਬੀ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਤੰਗ ਆ ਗਈ ਸੀ ਕਿਉਂਕਿ ਹੁਣ ਮੇਰੀ ਸੱਸ ਦਾ ਰਵੱਈਆ ਵੀ ਬਦਲਣਾ ਸ਼ੁਰੂ ਹੋ ਗਿਆ ਸੀ ਅਤੇ ਮੈਨੂੰ ਉਹਨਾਂ ਦੇ ਰਵੱਈਏ ਤੋਂ ਡਰ ਲੱਗ ਰਿਹਾ ਸੀ। ਇਸ ਲਈ ਇੱਕ ਦਿਨ ਮੈਂ ਆਪਣੇ ਪਤੀ ਨੂੰ ਕਿਹਾ, ਚਲੋ ਫਿਰ ਤਾਂਤਰਿਕ ਬਾਬੇ ਕੋਲ ਚੱਲੀਏ। ਹੁਣ ਤੱਕ ਭਾਬੀ ਦੀ ਕਹੀ ਹਰ ਗੱਲ ਸੱਚ ਸਾਬਤ ਹੋ ਰਹੀ ਸੀ। ਜਦੋਂ ਮੈਂ ਅਤੇ ਮੇਰਾ ਪਤੀ ਉੱਥੇ ਗਏ ਤਾਂ ਤਾਂਤਰਿਕ ਬਾਬਾ ਸਾਨੂੰ ਕਹਿਣ ਲੱਗੇ ਕਿ ਤੁਹਾਡੇ ਪਤੀ ਦੇ ਪਾਪ ਬਹੁਤ ਘੱਟ ਹਨ ਪਰ ਤੁਹਾਡੇ ਜ਼ਿਆਦਾ ਹਨ ਅਤੇ ਤੁਹਾਨੂੰ ਆਪਣੇ ਪਾਪਾਂ ਤੋਂ ਮੁਕਤ ਹੋਣਾ ਪਵੇਗਾ, ਜਿਸ ਲਈ ਤੁਹਾਨੂੰ ਵੱਧ ਤੋਂ ਵੱਧ ਰੱਬ ਅੱਗੇ ਆਪਣੇ ਪਾਪਾਂ ਲਈ ਤੋਬਾ ਕਰਨੀ ਪਵੇਗੀ, ਜਿਸ ਲਈ ਤੁਹਾਨੂੰ ਲਗਾਤਾਰ 3 ਦਿਨ ਅਤੇ 3 ਰਾਤਾਂ ਕਮਰੇ ਅੰਦਰ ਬੰਦ ਰਹਿਣਾ ਪਵੇਗਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਪਵੇਗੀ। ਮੈਂ ਕਿਹਾ, ਠੀਕ ਹੈ। ਮੇਰਾ ਪਤੀ ਵੀ ਇਸ ਵਿੱਚ ਮੇਰਾ ਸਾਥ ਦੇਵੇਗਾ। ਪਰ ਤਾਂਤਰਿਕ ਬਾਬੇ ਨੇ ਕਿਹਾ ਕਿ ਨਹੀਂ, ਇਸ ਵਾਰ ਤੁਹਾਡਾ ਪਤੀ ਤੁਹਾਡਾ ਸਾਥ ਨਹੀਂ ਦੇਵੇਗਾ ਅਤੇ ਨਾ ਹੀ ਕਮਰੇ ਵਿੱਚ ਰੁਕੇਗਾ। ਇਹ ਸੁਣ ਕੇ ਮੈਨੂੰ ਪਸੀਨਾ ਆਉਣ ਲੱਗਾ। ਭਾਬੀ ਦੀ ਕਹੀ ਹਰ ਗੱਲ ਸੱਚ ਸਾਬਤ ਹੋ ਰਹੀ ਸੀ। ਪਤਾ ਨਹੀਂ ਕੀ ਸੱਚ ਸੀ ਤੇ ਕੀ ਝੂਠ, ਕਿ ਪਿਛਲੀ ਵਾਰ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹ ਸੱਚ ਸੀ ਜਾਂ ਜੋ ਹੁਣ ਦੇਖ ਰਹੀ ਸੀ। ਮੈਂ ਆਪਣੇ ਪਤੀ ਨੂੰ ਰੋਕਣਾ ਚਾਹੁੰਦੀ ਸੀ ਪਰ ਉਹ ਨਹੀਂ ਰੁਕਿਆ ਅਤੇ ਮੈਨੂੰ ਛੱਡ ਗਿਆ। ਮੇਰਾ ਦਿਲ ਮੈਨੂੰ ਕਹਿ ਰਿਹਾ ਸੀ ਕਿ ਮੈਂ ਇੱਥੋਂ ਭੱਜ ਜਾਵਾਂ ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਨਾਲ ਕੁਝ ਗਲਤ ਹੋ ਰਿਹਾ ਹੈ। ਪਰ ਮੈਂ ਉੱਠ ਕੇ ਉਸ ਕਮਰੇ ਵਿੱਚ ਗਈ ਜਿੱਥੇ ਤਾਂਤਰਿਕ ਬਾਬੇ ਨੇ ਮੈਨੂੰ ਜਾਣ ਲਈ ਕਿਹਾ ਸੀ। ਮੈਂ ਇੱਕ ਵਾਰ ਫਿਰ ਉਸੇ ਥਾਂ ਤੇ ਆ ਗਈ ਸੀ ਜਿੱਥੇ ਮੈਂ ਪਹਿਲੀ ਵਾਰ ਵੀ ਨਹੀਂ ਜਾਣਾ ਚਾਹੁੰਦੀ ਸੀ ਅਤੇ ਇੱਕ ਵਾਰ ਫਿਰ ਮੈਂ ਉਸੇ ਕਮਰੇ ਵਿੱਚ ਆ ਗਈ ਸੀ ਕਿਉਂਕਿ ਸਥਿਤੀ ਅਜਿਹੀ ਬਣ ਗਈ ਸੀ ਤੇ ਮੇਰੀ ਭਾਬੀ ਦੇ ਕਹਿਣ ਤੇ ਮੈਂ ਨਾ ਚਾਹੁੰਦੇ ਹੋਏ ਵੀ ਇੱਥੇ ਆ ਗਈ ਸੀ ਅਤੇ ਫਿਰ ਮੈਂ ਸੱਚਾਈ ਦਾ ਪਤਾ ਵੀ ਲਗਾਉਣਾ ਸੀ। ਥੋੜੀ ਦੇਰ ਬਾਅਦ ਤਾਂਤਰਿਕ ਬਾਬਾ ਵੀ ਕਮਰੇ ਵਿੱਚ ਆ ਗਿਆ। ਮੈਂ ਕਿਹਾ, ਤੁਸੀਂ ਇੱਥੇ ਕੀ ਕਰਨ ਆਏ ਹੋ? ਤਾਂਤਰਿਕ ਬਾਬਾ ਮੇਰੇ ਨੇੜੇ ਆਇਆ ਅਤੇ ਕਿਹਾ ਕਿ ਮੈਂ ਤੁਹਾਡੇ ਬਾਰੇ ਸਭ ਕੁਝ ਜਾਣਦਾ ਹਾਂ। ਮੈਂ ਡਰ ਕੇ ਪਿੱਛੇ ਹਟੀ ਅਤੇ ਪੁੱਛਿਆ ਕਿ ਕੀ ਤੁਸੀਂ ਮੇਰੀ ਮਦਦ ਕਰੋਗੇ? ਤਾਂਤਰਿਕ ਬਾਬਾ ਨੇ ਕਿਹਾ, ਹਾਂ, ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ ਤੇ ਮੈਂ ਇੱਥੇ ਤੁਹਾਡੀ ਮਦਦ ਕਰਨ ਲਈ ਤਾਂ ਆਇਆ ਹਾਂ। ਤੁਸੀਂ ਯਕੀਨੀ ਤੌਰ ਤੇ ਮਾਂ ਬਣੋਗੇ ਅਤੇ ਆਪਣੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਪਾਲ ਸਕੋਗੇ, ਪਰ ਇਸ ਦੇ ਲਈ ਇੱਕ ਸ਼ਰਤ ਹੋਵੇਗੀ ਅਤੇ ਤੁਹਾਨੂੰ ਉਹੀ ਕਰਨਾ ਪਵੇਗਾ ਜੋ ਮੈਂ ਤੁਹਾਨੂੰ ਕਹਾਂਗਾ। ਤਾਂਤਰਿਕ ਬਾਬੇ ਦੀ ਦੱਸੀ ਸ਼ਰਤ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਭਾਬੀ ਜੀ ਨੇ ਠੀਕ ਹੀ ਕਿਹਾ ਸੀ ਕਿ ਉਹ ਇਨਸਾਨ ਨਹੀਂ ਸਗੋਂ ਬਹੁਤ ਵੱਡਾ ਜਾਨਵਰ ਸੀ। ਮਨੁੱਖੀ ਰੂਪ ਵਿੱਚ ਇੱਕ ਲੁਕਿਆ ਹੋਇਆ ਬਘਿਆੜ ਸੀ ਜੋ ਔਰਤਾਂ ਨਾਲ ਗਲਤ ਕੰਮ ਕਰ ਰਿਹਾ ਸੀ। ਉਸਨੇ ਮੈਨੂੰ ਗਲਤ ਕੰਮ ਕਰਨ ਲਈ ਕਿਹਾ। ਜਦੋਂ ਮੈਂ ਇਨਕਾਰ ਕੀਤਾ ਤਾਂ ਉਸਨੇ ਕਿਹਾ ਕਿ ਇਸ ਤਰ੍ਹਾਂ ਤੁਸੀਂ ਕਦੇ ਮਾਂ ਨਹੀਂ ਬਣ ਸਕਦੇ। ਲੋਕ ਹਰ ਰੋਜ਼ ਤੁਹਾਡੇ ਘਰ ਜਾਂਦੇ ਰਹਿਣਗੇ ਤੇ ਉਹ ਤੁਹਾਡੀ ਬੇਇੱਜ਼ਤੀ ਕਰਦੇ ਰਹਿਣਗੇ ਅਤੇ ਤੁਹਾਨੂੰ ਸਵਾਲ ਪੁੱਛਦੇ ਰਹਿਣਗੇ ਤਾਂ ਤੁਸੀਂ ਉਹਨਾਂ ਨੂੰ ਕੀ ਜਵਾਬ ਦਿਓਗੇ? ਉਸਨੇ ਮੈਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਇੰਨੇ ਬੁਰੇ ਤਰੀਕੇ ਨਾਲ ਬਲੈਕਮੇਲ ਕੀਤਾ ਕਿ ਮੇਰੇ ਕੋਲ ਉਸਦੀ ਬੇਨਤੀ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਉਹ ਖਤਰਨਾਕ ਹੱਸਣ ਲੱਗਾ। ਮੈਨੂੰ ਹੁਣ ਸਭ ਕੁਝ ਸਮਝ ਆ ਗਿਆ ਸੀ। ਮੈਂ ਪੁੱਛਿਆ, ਯਕੀਨਨ ਜੋ ਔਰਤਾਂ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ ਅਤੇ ਤੁਸੀਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਬਲੈਕਮੇਲ ਕਰਦੇ ਹੋਵੋਗੇ, ਉਹਨਾਂ ਨਾਲ ਵੀ ਅਜਿਹਾ ਹੀ ਕੰਮ ਕਰਦੇ ਹੋਵੋਗੇ ਜਿਸ ਕਾਰਨ ਉਹ ਵਿਚਾਰੀਆਂ ਔਰਤਾਂ ਚੁੱਪ ਹੋ ਜਾਂਦੀਆਂ ਹੋਣਗੀਆਂ ਅਤੇ ਆਪਣੀ ਇੱਜ਼ਤ ਅਤੇ ਵਿਆਹ ਨੂੰ ਬਚਾਉਣ ਲਈ ਇਸ ਗਲਤ ਕੰਮ ਲਈ ਤਿਆਰ ਹੋ ਜਾਂਦੀਆਂ ਹੋਣਗੀਆਂ। ਉਹ ਤਾਂਤਰਿਕ ਬਾਬਾ ਕਹਿਣ ਲੱਗਾ ਕਿ ਗੱਲ ਇਸ ਤਰ੍ਹਾਂ ਹੈ ਕਿ ਜਿਹੜੀਆਂ ਕੁੜੀਆਂ ਮੇਰੇ ਕੋਲ ਆਉਂਦੀਆਂ ਹਨ ਉਹ ਬਹੁਤ ਲਾਚਾਰ ਤੇ ਦੁਖੀ ਹੁੰਦੀਆਂ ਹਨ। ਉਹਨਾਂ ਦੇ ਦੁਨੀਆ ਤੇ ਸਹੁਰਿਆਂ ਤੋਂ ਬਹੁਤ ਜ਼ੁਲਮ ਹੁੰਦਾ ਹੈ।
ਜੇਕਰ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਅਤੇ ਉਹਨਾਂ ਦਾ ਤਲਾਕ ਹੋ ਜਾਵੇਗਾ। ਇਸ ਡਰ ਕਾਰਨ ਉਹ ਮੇਰੇ ਕੋਲ ਆਉਂਦੀਆਂ ਹਨ ਅਤੇ ਮੇਰੇ ਬੱਚਿਆਂ ਦੀ ਮਾਂ ਬਣ ਕੇ ਆਪਣਾ ਵਿਆਹੁਤਾ ਜੀਵਨ ਬਚਾਉਂਦੀਆਂ ਹਨ। ਜੇਕਰ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਵੀ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਚਾਉਣ ਲਈ ਅਜਿਹਾ ਕਰਨਾ ਚਾਹੀਦਾ ਹੈ। ਮੈਂ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ? ਭੋਲੇ ਭਾਲੇ ਪਿੰਡ ਵਾਸੀਆਂ ਨੂੰ ਧੋਖਾ ਦੇ ਕੇ ਇਹਨਾਂ ਰਸਮਾਂ ਦੇ ਨਾਮ ਤੇ ਤੁਸੀਂ ਕਈ ਔਰਤਾਂ ਨਾਲ ਗਲਤ ਹਰਕਤਾਂ ਕੀਤੀਆਂ ਹਨ, ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਹੈ। ਉਹ ਹੱਸ ਕੇ ਕਹਿਣ ਲੱਗਾ, ਇਹ ਰਿਵਾਜ ਮੇਰੇ ਪਿਤਾ ਜੀ ਨੇ ਸ਼ੁਰੂ ਕੀਤਾ ਸੀ। ਉਹ ਚੰਗਾ ਪੈਸਾ ਕਮਾਉਂਦਾ ਸੀ ਅਤੇ ਇਲਾਜ ਦੇ ਨਾਂ ਤੇ ਧੋਖਾਧੜੀ ਵੀ ਕਰਦਾ ਸੀ। ਇਹ ਪਿੰਡ ਵਾਲੇ ਬੜੇ ਭੋਲੇ ਲੋਕ ਹਨ। ਉਹਨਾਂ ਨੂੰ ਮੂਰਖ ਬਣਾਉਣਾ ਬਹੁਤ ਆਸਾਨ ਹੈ ਤੇ ਇਹਨਾਂ ਨੂੰ ਮੂਰਖ ਬਣਾਉਣ ਦੀ ਲੋੜ ਵੀ ਨਹੀਂ ਹੈ। ਇਹ ਲੋਕ ਪਹਿਲਾਂ ਹੀ ਮੂਰਖ ਹਨ। ਉਹ ਆਪਣੀਆਂ ਭੈਣਾਂ, ਧੀਆਂ ਅਤੇ ਪਤਨੀਆਂ ਨੂੰ ਦੂਜੇ ਮਰਦਾਂ ਦੇ ਹੱਥਾਂ ਵਿੱਚ ਛੱਡ ਦਿੰਦੇ ਹਨ। ਉਸ ਆਦਮੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਉਸਨੇ ਮੈਨੂੰ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦੱਸੀਆਂ। ਹੈਰਾਨੀ ਦੀ ਗੱਲ ਇਹ ਸੀ ਕਿ ਇੱਕ ਆਦਮੀ ਜਿਸ ਨੂੰ ਸਾਰੇ ਪਿੰਡ ਵਾਲੇ ਆਪਣਾ ਸਭ ਕੁਝ ਸਮਝਦੇ ਸਨ, ਇੰਨਾ ਘਟੀਆ ਹੋ ਸਕਦਾ ਹੈ, ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਪਰ ਜਦੋਂ ਮੈਂ ਪਹਿਲੀ ਵਾਰ ਇੱਥੇ ਆਈ ਸੀ ਤਾਂ ਇੱਥੇ ਸਭ ਕੁਝ ਵੱਖਰਾ ਸੀ। ਫਿਰ ਉਸਨੇ ਆਪਣਾ ਸੱਚ ਕਿਉਂ ਨਹੀਂ ਦਿਖਾਇਆ? ਜਦੋਂ ਮੈਂ ਉਸਨੂੰ ਇਹੀ ਸਵਾਲ ਪੁੱਛਿਆ ਤਾਂ ਉਸਨੇ ਕਿਹਾ, ਮੈਂ ਆਪਣੀ ਖਬਰੀ ਔਰਤ ਪੂਰੇ ਪਿੰਡ ਵਿੱਚ ਫੈਲਾ ਦਿੱਤੀਆਂ ਹਨ, ਜੋ ਪਹਿਲਾਂ ਮੇਰੇ ਬਾਰੇ ਲੋਕਾਂ ਤੋਂ ਵਿਸ਼ਵਾਸ ਜਿੱਤਦੀਆਂ ਹਨ ਅਤੇ ਦੂਜਾ ਉਹ ਜਾਣਬੁੱਝ ਕੇ ਉਹਨਾਂ ਕੁੜੀਆਂ ਦੇ ਘਰ ਜਾਂਦੀਆਂ ਹਨ ਜਿਨ੍ਹਾਂ ਦੇ ਬੱਚੇ ਪੈਦਾ ਨਹੀਂ ਹੋਏ ਅਤੇ ਲੜਕੀਆਂ ਦੀਆਂ ਸੱਸਾਂ ਅਤੇ ਸਹੁਰਿਆਂ ਦੇ ਮਨ ਵਿੱਚ ਇਹ ਖਿਆਲ ਭਰਦੀਆਂ ਹਨ ਕਿ ਉਹ ਉਹਨਾਂ ਨੂੰ ਮੇਰੇ ਕੋਲ ਲੈ ਆਉਣਾ ਚਾਹੀਦਾ ਹੈ। ਇਹਨਾਂ ਔਰਤਾਂ ਦੀਆਂ ਖਬਰਾਂ ਤੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਮੇਰੇ ਕੋਲ ਇਸ ਇਰਾਦੇ ਨਾਲ ਆ ਰਹੇ ਹੋ ਤਾਂ ਜੋ ਤੁਹਾਨੂੰ ਮੇਰੀ ਅਸਲੀਅਤ ਬਾਰੇ ਪਤਾ ਲੱਗ ਸਕੇ। ਇਸ ਲਈ ਮੈਂ ਆਪਣੀ ਦਿੱਖ ਬਦਲ ਦਿੱਤੀ ਅਤੇ ਇਸ ਥਾਂ ਦੀ ਦਿੱਖ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਮੇਰੇ ਤੇ ਸ਼ੱਕ ਕਰੋ, ਇਸ ਲਈ ਮੈਂ ਤੁਹਾਨੂੰ ਸ਼ੱਕ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਉਹ ਮੈਂ ਹੀ ਹਾਂ ਜਿਸ ਨੇ ਉਹਨਾਂ ਔਰਤਾਂ ਨੂੰ ਦੁਬਾਰਾ ਤੁਹਾਡੇ ਘਰ ਭੇਜ ਦਿੱਤਾ ਤਾਂ ਜੋ ਉਹ ਤੁਹਾਨੂੰ ਤਾਨੇ ਮਾਰ ਸਕਣ ਅਤੇ ਤੁਹਾਨੂੰ ਦੁਬਾਰਾ ਇੱਥੇ ਆਉਣ ਲਈ ਮਜਬੂਰ ਕਰ ਸਕਣ। ਅਤੇ ਉਹੀ ਹੋਇਆ। ਆਖਿਰਕਾਰ ਤੁਹਾਨੂੰ ਆਪਣੇ ਬੱਚੇ ਦੀ ਖਾਤਰ ਦੁਬਾਰਾ ਇੱਥੇ ਆਉਣਾ ਪਿਆ। ਜੇ ਤੂੰ ਹੁਣ ਇੱਥੇ ਨਾ ਆਈ ਹੁੰਦੀ ਤਾਂ ਪਤਾ ਨਹੀਂ ਤੇਰਾ ਕਿੰਨਾ ਬੁਰਾ ਹਾਲ ਹੁੰਦਾ। ਤੇਰੀ ਸੱਸ ਤੈਨੂੰ ਤਲਾਕ ਦੇ ਚੁੱਕੀ ਹੁੰਦੀ। ਮੈਂ ਸੋਚਿਆ ਤੇ ਕਿਹਾ, ਜੇ ਮੈਂ ਤੇਰੀ ਅਸਲੀਅਤ ਸਾਰੇ ਪਿੰਡ ਵਾਲਿਆਂ ਨੂੰ ਦੱਸਾਂ ਤਾਂ ਉਹ ਤਾਂਤਰਿਕ ਬਾਬਾ ਕਹਿਣ ਲੱਗਾ ਕਿ ਜੇ ਤੂੰ ਅਜਿਹਾ ਕਰੇਗੀ ਤਾਂ ਤੈਨੂੰ ਬਹੁਤ ਪਛਤਾਉਣਾ ਪਵੇਗਾ, ਕਿਉਂਕਿ ਕੋਈ ਵੀ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਕਰੇਗਾ। ਤੈਨੂੰ ਯਾਦ ਨਹੀਂ ਕਿ ਤੂੰ ਇਹਨਾਂ ਪਿੰਡਾਂ ਵਾਲਿਆਂ ਦੇ ਸਾਹਮਣੇ ਮੇਰੀ ਤਾਰੀਫ ਕੀਤੀ ਸੀ? ਉਸ ਦਾ ਇਹ ਕਹਿਣਾ ਬਿਲਕੁਲ ਸਹੀ ਸੀ। ਇਹ ਇਸ ਤਰ੍ਹਾਂ ਹੀ ਸੀ। ਮੈਂ ਥੋੜਾ ਅੱਗੇ ਵਧੀ। ਉਹ ਬਹੁਤ ਖੁਸ਼ ਸੀ ਕਿ ਉਸ ਦੀ ਸ਼ਰਤ ਮੰਨ ਲਈ, ਪਰ ਮੈਂ ਥੋੜਾ ਅੱਗੇ ਹੋ ਕੇ ਜਲਦੀ ਨਾਲ ਕਮਰੇ ਦਾ ਪਰਦਾ ਹਟਾ ਦਿੱਤਾ। ਪਿੰਡ ਵਾਲੇ ਪਰਦੇ ਦੇ ਪਿੱਛੇ ਤੋਂ ਬਾਹਰ ਆ ਗਏ ਸਨ। ਇਸ ਤੋਂ ਬਾਅਦ ਤਾਂਤਰਿਕ ਬਾਬਾ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸ ਨੂੰ ਉਮੀਦ ਨਹੀਂ ਸੀ ਕਿ ਸਥਿਤੀ ਇਸ ਤਰ੍ਹਾਂ ਦੀ ਵੀ ਬਦਲ ਸਕਦੀ ਹੈ ਅਤੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਕੁਝ ਅਜਿਹਾ ਵੀ ਕਰ ਸਕਦੀ ਹਾਂ। ਸਾਰਿਆਂ ਨੂੰ ਇਕੱਠੇ ਦੇਖ ਕੇ ਉਹ ਬੇਹੱਦ ਘਬਰਾ ਗਿਆ ਅਤੇ ਪਸੀਨਾ ਆਉਣ ਲੱਗਾ। ਜਦੋਂ ਮੈਂ ਇੱਥੇ 5 ਦਿਨ ਰਹੀ ਤਾਂ ਸਾਰਿਆਂ ਨੇ ਮੈਨੂੰ ਤਾਂਤਰਿਕ ਬਾਬਾ ਬਾਰੇ ਪੁੱਛਿਆ। ਉਸ ਸਮੇਂ ਮੈਨੂੰ ਇਸ ਆਦਮੀ ਦੀ ਅਸਲੀਅਤ ਦਾ ਪਤਾ ਨਹੀਂ ਸੀ, ਇਸ ਲਈ ਮੈਂ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਦੇਖਿਆ ਸੀ। ਜੇ ਹੁਣ ਮੈਂ ਸਾਰਿਆਂ ਨੂੰ ਸੱਚ ਦੱਸਦੀ ਤਾਂ ਕੋਈ ਵੀ ਮੇਰੇ ਤੇ ਵਿਸ਼ਵਾਸ ਨਹੀਂ ਕਰਦਾ, ਇਸ ਲਈ ਮੈਂ ਅਜਿਹਾ ਪ੍ਰਬੰਧ ਕੀਤਾ ਕਿ ਹਰ ਕੋਈ ਇਸ ਆਦਮੀ ਦੀ ਸੱਚਾਈ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕੇ ਅਤੇ ਕੰਨਾਂ ਨਾਲ ਸੁਣੇ। ਇਸ ਤਰ੍ਹਾਂ ਝੂਠ ਅਤੇ ਅੰਧ ਵਿਸ਼ਵਾਸਾਂ ਦਾ ਜੋ ਕੋਈ ਸਾਲਾਂ ਤੋਂ ਅੱਖਾਂ ਦੇ ਪਰਦਾ ਪਿਆ ਹੋਇਆ ਸੀ, ਉਹ ਪਰਦਾ ਵੀ ਹਟ ਗਿਆ। ਇਹ ਕਮਰਾ ਛੋਟਾ ਸੀ ਪਰ ਹਨੇਰਾ ਹੋਣ ਕਾਰਨ ਮੈਂ ਪਹਿਲਾਂ ਹੀ ਪਿੰਡ ਦੇ ਲੋਕਾਂ ਨੂੰ ਪਰਦੇ ਦੇ ਪਿੱਛੇ ਲੁਕਾ ਦਿੱਤਾ ਸੀ ਅਤੇ ਚਾਰੇ ਪਾਸੇ 2-2 ਵਿਅਕਤੀ ਖੜੇ ਸਨ। ਪਿੰਡ ਦੇ ਕੋਈ 2-3 ਨੌਜਵਾਨ ਤੇ 1-2 ਬੁੱਢੇ ਤੇ 2-3 ਔਰਤਾਂ ਵੀ ਮੌਜੂਦ ਸਨ। ਮੈਂ ਇਹਨਾਂ ਸਾਰਿਆਂ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਇੱਥੇ ਲਿਆਈ ਸੀ। ਮੈਂ ਇਹਨਾਂ ਲੋਕਾਂ ਨਾਲ ਪਹਿਲਾਂ ਹੀ ਗੱਲ ਕਰ ਚੁੱਕੀ ਸੀ ਅਤੇ ਮੈਂ ਬੜੀ ਮੁਸ਼ਕਲ ਨਾਲ ਇਹਨਾਂ ਲੋਕਾਂ ਨੂੰ ਇੱਥੇ ਲਿਆਉਣ ਲਈ ਮਨਾ ਲਿਆ ਸੀ, ਕਿਉਂਕਿ ਉਹ ਆਪਣੇ ਬਾਬੇ ਬਾਰੇ ਕੁਝ ਵੀ ਗਲਤ ਸੁਣਨ ਜਾਂ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਸਨ ਅਤੇ ਮੈਨੂੰ ਝੂਠ ਸਾਬਤ ਕਰਨ ਲਈ ਇੱਥੇ ਆਏ ਸਨ। ਜੇ ਮੈਂ ਉਹਨਾਂ ਨੂੰ ਦੱਸਦੀ ਤਾਂ ਕੋਈ ਵੀ ਮੇਰੇ ਤੇ ਵਿਸ਼ਵਾਸ ਨਹੀਂ ਕਰਦਾ, ਇਸ ਲਈ ਮੈਂ ਥੋੜੇ ਸ਼ਬਦਾਂ ਵਿੱਚ ਇਸ ਬੰਦੇ ਦੇ ਮੂੰਹ ਸਾਰੀ ਸੱਚਾਈ ਕੱਢਣਾ ਚਾਹੁੰਦੀ ਸੀ। ਮੈਂ ਉਸ ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਉਹ ਆਪਣੇ ਮੂੰਹੋਂ ਆਪਣੀ ਸੱਚਾਈ ਦੱਸ ਦੇਵੇ। ਇਸ ਆਦਮੀ ਨੇ ਆਪਣੇ ਸਾਰੇ ਗੁਨਾਹ ਦੀ ਸੱਚਾਈ ਆਪਣੇ ਮੂੰਹੋਂ ਦੱਸੀ ਸੀ ਅਤੇ ਸਾਰੇ ਲੋਕਾਂ ਨੇ ਵੀ ਸੁਣੀ ਸੀ। ਮੇਰੇ ਪਤੀ ਵੀ ਕਮਰੇ ਵਿੱਚ ਮੌਜੂਦ ਸਨ। ਮੇਰੇ ਪਤੀ ਨੇ ਅੱਗੇ ਆ ਕੇ ਤਾਂਤਰਿਕ ਬਾਬਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਬਾਕੀ ਸਾਰੇ ਆਦਮੀ ਵੀ ਉਸ ਨਾਲ ਰਲ ਗਏ। ਉਹਨਾਂ ਔਰਤਾਂ ਨੂੰ ਵੀ ਫੜ ਲਿਆ ਜੋ ਸਾਰੇ ਪਿੰਡ ਵਿੱਚ ਫੈਲੀਆਂ ਹੋਈਆਂ ਸਨ। ਇਹ ਸਭ ਮੈਂ ਆਪਣੀ ਭਰਜਾਈ ਦੇ ਕਹਿਣ ਤੇ ਕੀਤਾ ਸੀ। ਮੈਨੂੰ ਖੁਸ਼ੀ ਸੀ ਕਿ ਮੈਂ ਇਸ ਝੂਠੇ ਅਤੇ ਪਖੰਡੀ ਤਾਂਤਰਿਕ ਬਾਬੇ ਦੀ ਅਸਲੀਅਤ ਪੂਰੇ ਪਿੰਡ ਦੇ ਸਾਹਮਣੇ ਨੰਗਾ ਕਰ ਦਿੱਤੀ ਸੀ। ਜਦੋਂ ਅਵੰਤਿਕਾ ਨੇ ਇਹ ਸੁਣਿਆ ਤਾਂ ਉਸਨੇ ਖੁਸ਼ੀ ਨਾਲ ਮੈਨੂੰ ਜੱਫੀ ਪਾ ਲਈ ਅਤੇ ਕਹਿਣ ਲੱਗੀ ਕਿ ਉਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹਾ ਕਰਨ ਦੀ ਹਿੰਮਤ
ਹਿੰਮਤ ਨਹੀਂ ਕੀਤੀ ਸੀ। ਤੁਸੀਂ ਇਹ ਕੰਮ ਕੀਤਾ ਹੈ। ਮੇਰੀ ਦੋਸਤ ਨੇ ਮੇਰਾ ਬਹੁਤ ਧੰਨਵਾਦ ਕੀਤਾ ਅਤੇ ਮੇਰੇ ਤੋਂ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ। ਉਹ ਉਸ ਸਮੇਂ ਬਹੁਤ ਡਰੀ ਹੋਈ ਸੀ, ਇਸੇ ਕਰਕੇ ਉਸ ਨੇ ਮੈਨੂੰ ਬਾਬੇ ਦੀ ਅਸਲੀਅਤ ਨਹੀਂ ਦੱਸੀ। ਉਸ ਨੂੰ ਡਰਾਮਾ ਕਰਨਾ ਪਿਆ ਕਿਉਂਕਿ ਇਸ ਤਾਂਤਰਿਕ ਬਾਬਾ ਨੂੰ ਉਸ ਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਸੀ। ਇਸ ਲਈ ਉਸ ਨੂੰ ਇਸ ਬਾਬੇ ਦੇ ਕਹਿਣ ਅਨੁਸਾਰ ਕਰਨ ਲਈ ਮਜਬੂਰ ਕੀਤਾ ਗਿਆ। ਉਹ ਉਸੇ ਤਰ੍ਹਾਂ ਕਰ ਰਹੀ ਸੀ ਜਿਵੇਂ ਉਸ ਨੂੰ ਕਿਹਾ ਗਿਆ ਸੀ। ਮੈਂ ਕਿਹਾ ਕਿ ਸਭ ਨੂੰ ਅਸਲ ਗੱਲ ਦਾ ਪਤਾ ਲੱਗ ਗਿਆ, ਪਰ ਸਭ ਵਿੱਚ ਧੰਨਵਾਦ ਮੇਰੀ ਭਰਜਾਈ ਦਾ ਸੀ, ਜਿਨ੍ਹਾਂ ਨੇ ਮੈਨੂੰ ਇਹ ਕੰਮ ਕਰਨ ਲਈ ਯਕੀਨ ਦਿਵਾਇਆ ਅਤੇ ਹੌਸਲਾ ਦਿੱਤਾ। ਸਾਰੇ ਪਿੰਡ ਵਾਸੀਆਂ ਨੇ ਹੋਸ਼ ਵਿੱਚ ਆ ਕੇ ਫੈਸਲਾ ਕਰ ਲਿਆ ਸੀ ਕਿ ਉਹ ਫਿਰ ਕਦੇ ਵੀ ਆਪਣੀ ਧੀ ਭੈਣ ਨੂੰ ਕਿਸੇ ਗਲਤ ਵਿਅਕਤੀ ਦੇ ਹਵਾਲੇ ਨਹੀਂ ਕਰਨਗੇ। ਉਸ ਦਿਨ ਤੋਂ ਬਾਅਦ ਸਾਰੇ ਪਿੰਡ ਦਾ ਮਾਹੌਲ ਹੀ ਬਦਲ ਗਿਆ ਸੀ। ਸਾਰੇ ਪਿੰਡ ਵਾਲੇ ਸਿਆਣੇ ਹੋ ਗਏ ਸਨ ਅਤੇ ਆਪਣੇ ਘਰ ਦੀਆਂ ਧੀਆਂ ਨੂੰ ਵੀ ਸਿੱਖਿਆ ਦੇਣ ਲੱਗ ਪਏ ਸਨ। ਹੁਣ ਸਾਡੇ ਪਿੰਡ ਦੇ ਲੋਕ ਵੀ ਕਾਫੀ ਸਮਝਦਾਰ ਹੋ ਗਏ ਅਤੇ ਕੁਝ ਮਹੀਨਿਆਂ ਬਾਅਦ ਮੈਂ ਵੀ ਇੱਕ ਪਿਆਰੇ ਬੱਚੇ ਨੂੰ ਜਨਮ ਦਿੱਤਾ। ਤਾਂਤਰਿਕ ਬਾਬਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਨੂੰ ਸਖਤ ਸਜ਼ਾ ਦਿੱਤੀ ਗਈ। ਹੁਣ ਪਿੰਡ ਦੇ ਸਾਰੇ ਲੋਕ ਅਤੇ ਔਰਤਾਂ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਿਰਪਾ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।